ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਬੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਆ। ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੋਇਆ ਤੇ ਤੁਸੀਂ ਉਹ ਕਰ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਸੀਂ ਆਪਣਾ ਸਵਾਲ ਪੁੱਛ ਸਕੋਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇਤੋਂ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ ਜੀ। ਅਸ਼ਾਨਜੀਤ ਸਿੰਘ ਕਲੋਟੀ ਅਜੋਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬਿਕਰਸਫੀਲਡ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ ਟਲੈਰੀ ਤੋਂ। ਉਹਨਾਂ ਦਾ ਫੋਨ ਨੰਬਰ 5596851260। ਜੇ ਤੁਸੀਂ ਰਿਪੇਅਰ ਕਰਾਉਣੀ ਹੈ ਟਰੱਕ ਦੀ ਜਾਂ ਟ੍ਰੇਲਰ ਦੀ ਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਸਟਿਸ ਲੋਆ ਦੀ। ਕਾਫੀ ਰੌਲਾ ਗੌਲਾ ਪਿਆ ਹੋਇਆ, ਕਾਫੀ ਟਾਈਮ ਤੋਂ ਪਿਆ ਹੋਇਆ ਆ ਤੇ ਸੁਪਰੀਮ ਕੋਰਟ ਹੀ ਕਰੇਗਾ ਇਸ ਕੇਸ ਦੀ ਪੈਰਵਾਈ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਇੱਕ ਆਨਲਾਈਨ ਪੋਰਟਲ ਨੇ ਉਜਾਗਰ ਕੀਤਾ ਸੀਗਾ ਜੀ ਕੁਝ ਸਮਾਂ ਪਹਿਲਾਂ, ਜਦੋਂ ਜਸਟਿਸ BH ਲੋਇਆ ਉਹਨਾਂ ਦੀ ਡਾਕਟਰ ਜਿਹੜੀ ਭੈਣ ਆ ਉਹਨੇ ਕੁਝ ਸਵਾਲ ਉਠਾਏ ਸੀਗੇ ਜਸਟਿਸ BH ਲੋਇਆ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਹੋਈ ਮੌਤ ਦੇ ਬਾਰੇ ਦੇ ਵਿੱਚ। ਇੱਥੋਂ ਦਾ ਮੀਡੀਆ ਤਾਂ ਬਹੁਤਾ ਜਿਹੜਾ ਜੀ ਉਹ ਬੋਲਿਆ ਨਹੀਂ, ਜਿਹੜਾ ਤੁਸੀਂ ਕਹ ਲਓ ਕਿ ਡਰਪੋਕ ਰਿਹਾ ਕਿ ਸਰਕਾਰ ਦੇ ਨਾਲ ਪੰਗਾ ਕੌਣ ਲਵੇ। ਉਹਦਾ ਕਾਰਨ ਜਿਹੜਾ ਜੀ ਉਹ ਸਾਰੇ ਜਾਣਦੇ ਨੇ ਕਿ ਜਸਟਿਸ BH ਲੋਇਆ ਉਹ ਜੱਜ ਸਨ ਵਿਸ਼ੇਸ਼ ਅਦਾਲਤ ਦੇ, ਜਿਹੜੇ ਕਿ ਸੋਹਰਾਬੂਦੀਨ ਪੁਲਿਸ ਮੁਕਾਬਲਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਸੀ ਉਹਦੀ ਜਾਂਚ ਕਰ ਰਹੇ ਸੀਗੇ। ਤੇ ਇਹਦੀ ਜਿਹੜੀ ਤਰੀਕ ਤੋਂ ਕੁਝ ਦਿਨ ਪਹਿਲਾਂ ਭੇਦ ਭਰੇ ਢੰਗ ਦੇ ਨਾਲ ਉਹਨਾਂ ਦੀ ਦੱਸਿਆ ਗਿਆ ਸੀ। ਜਿਵੇਂ ਉਹਨਾਂ ਦਾ ਅੰਤਿਮ ਸੰਸਕਾਰ ਭੇਦ ਭਰੇ ਢੰਗ ਦੇ ਨਾਲ ਹੋਇਆ, ਉਹਨੇ ਸਵਾਲੀਆ ਚਿੰਨ੍ਹ ਜਿਹੜੇ ਉਹ ਲਾਏ ਸੀ। ਜੱਜ ਲੋਇਆ ਦੀ ਮੌਤ ਦੇ ਮਾਮਲੇ ਦੇ ਉੱਤੇ ਹੁਣ ਸੁਪਰੀਮ ਕੋਰਟ ਨੇ ਇਹ ਜਿਹੜਾ ਜੀ ਵੱਡਾ ਫੈਸਲਾ ਕੀਤਾ ਹੈ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਦੀ ਅਗਵਾਈ ਵਾਲਾ ਬੈਂਚ ਜਿਹੜਾ ਜਸਟਿਸ ਲੋਇਆ ਨਾਲ ਸੰਬੰਧਿਤ ਦੋ ਕੇਸ ਜਿਹੜੇ ਮੁੰਬਈ ਹਾਈ ਕੋਰਟ ਤੋਂ ਉਹ ਸੁਪਰੀਮ ਕੋਰਟ ਦੇ ਵਿੱਚ ਟ੍ਰਾਂਸਫਰ ਕਰਨ ਦਾ ਉਹਨਾਂ ਨੇ ਹੁਕਮ ਦਿੱਤਾ। ਇਹ ਜਿਹੜਾ ਬੈਂਚ ਹੈ ਚੀਫ ਜਸਟਿਸ ਦੀ ਅਗਵਾਈ ਵਾਲਾ, ਉਹ ਇਹਦੀ ਸੁਣਵਾਈ ਜਿਹੜੀ ਹੈ ਜੀ ਉਹ ਕਰੂਗਾ। ਸਾਰੇ ਜਿੰਨੇ ਦਸਤਾਵੇਜ਼ ਸੀ ਉਹਨਾਂ ਦੀ ਜਾਂਚ ਕੀਤੀ ਜਾਊਗੀ। ਇਹ ਦੋਨੋਂ ਜਿਹੜੇ ਕੇਸ ਮੁੰਬਈ ਹਾਈ ਕੋਰਟ ਦੇ ਵਿੱਚ ਸੀਗੇ ਜੀ ਉਹਦਾ ਰਿਕਾਰਡ ਟ੍ਰਾਂਸਫਰ ਕਰ ਲਿਆ ਗਿਆ। ਔਰ ਹਾਲਾਂਕਿ ਮਹਾਰਾਸ਼ਟਰ ਸਰਕਾਰ ਜਿਹੜੀ ਹੈ ਜੀ ਉਹਨੇ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਿਆ। ਇਹ ਕਿਹਾ ਕਿ ਜੱਜ ਲੋਇਆ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਸੀ ਔਰ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਸਾਜ਼ਿਸ਼ ਦਾ ਪਤਾ ਨਹੀਂ ਲੱਗਿਆ। ਸੁਪਰੀਮ ਕੋਰਟ ਨੇ ਵੀ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਕੋਈ ਵੀ ਹਾਈ ਕੋਰਟ ਇਸ ਮਾਮਲੇ ਦੇ ਉੱਤੇ ਸੁਣਵਾਈ ਨਹੀਂ ਕਰੂਗਾ। 2 ਫਰਵਰੀ ਨੂੰ ਇਹਦੀ ਜਿਹੜੀ ਹੈ ਜੀ ਉਹ ਤਰੀਕ ਪਾ ਦਿੱਤੀ ਗਈ ਹੈ ਔਰ ਜਿੰਨੇ ਦਸਤਾਵੇਜ਼ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵੱਖ-ਵੱਖ ਪਟੀਸ਼ਨਾਂ ਦੇ ਰਾਹੀਂ ਸੋਹਰਾਬੂਦੀਨ ਫਰਜ਼ੀ ਮੁਕਾਬਲਾ ਮਾਮਲੇ ਦੀ ਸੁਣਵਾਈ ਕਰ ਰਹੇ CBI ਦੇ ਜੱਜ ਜਿਹੜੇ ਸੀਗੇ ਜੀ BH ਲੋਇਆ ਦੀ ਮੌਤ ਦੇ ਉੱਤੇ ਆਜ਼ਾਦ ਤੇ ਨਿਰਪੱਖ ਏਜੰਸੀ ਤੋਂ ਜਾਂਚ ਜਿਹੜੀ ਹੈ ਜੀ ਉਹ ਮੰਗੀ ਗਈ ਹੈ। ਹੁਣ ਜਿਹੜਾ ਜੀ ਇਹ ਸਾਰਾ ਕੁਝ ਨਿਰਭਰ ਕਰੂਗਾ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜਾ ਇੱਕ 3 ਮੈਂਬਰੀ ਬੈਂਚ ਹੈ ਇਹਦੇ ਇੱਕ ਜਿਹੜੇ ਜੱਜ ਨੇ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਤੇ ਅਸੀਂ ਹਰ ਚੀਜ਼ ਦੀ ਜਿਹੜੀ ਹੈ ਜੀ ਉਹ ਘੋਖ ਪੜਤਾਲ ਕਰਾਂਗੇ ਜਿੰਨੇ ਵੀ ਦਸਤਾਵੇਜ਼ ਇਹਦੇ ਨਾਲ ਜੁੜੇ ਹੋਏ ਨੇ ਜੀ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦਾ ਵੀ ਇਹੋ ਜਿਹਾ ਹੀ ਕੇਸ ਹੈ ਜੀ, ਕਾਫੀ ਦਿਨਾਂ ਤੋਂ ਰਿੜਕ ਹੋ ਰਹੇ ਆ ਤੇ ਉਹਨਾਂ ਦੀ ਪਟੀਸ਼ਨ ਪਾਈ ਆ ਜੀ। ਹੁਣ ਨਵੀਂ ਪਟੀਸ਼ਨ ਪਾਤੀ ਹਾਈ ਕੋਰਟ ਦੇ ਵਿੱਚ। ਬਿਲਕੁਲ ਜੀ, ਜਿਹੜਾ ਆਫਿਸ ਪ੍ਰੋਫਿਟ ਵਾਲੇ ਮਾਮਲੇ ਦੇ ਵਿੱਚ ਜਿਹੜੇ ਜੀ ਉਹ ਅਯੋਗ ਠਹਿਰਾਏ ਗਏ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੇ ਚੋਣ ਕਮਿਸ਼ਨ ਦੀ ਸਿਫਾਰਿਸ਼ ਜਿਹਦੇ ਆਧਾਰ ਦੇ ਉੱਤੇ ਰਾਸ਼ਟਰਪਤੀ ਨੇ ਪਿਛਲੇ ਐਤਵਾਰ ਨੂੰ ਇਹਨਾਂ ਦੀ ਬਰਖਾਸਤ ਕਰਨ ਦੇ ਉੱਤੇ ਮੋਹਰ ਲਾ ਦਿੱਤੀ ਸੀ। ਇਹਦੇ ਖਿਲਾਫ ਪਾਈਆਂ ਪੁਰਾਣੀਆਂ ਅਰਜ਼ੀਆਂ ਦਿੱਲੀ ਹਾਈ ਕੋਰਟ ਦੇ ਵਿੱਚੋਂ ਵਾਪਸ ਲੈ ਕੇ ਨਵੀਂ ਪਟੀਸ਼ਨ ਦੇ ਉੱਤੇ ਸਵਾਲ ਉੱਠੇ ਸੀਗੇ। ਉਹਨਾਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਅਸੈਂਬਲੀ ਸੀਟਾਂ ਤੋਂ ਲਾਂਭੇ ਕੀਤੇ ਜਾਣ ਦੇ ਖਿਲਾਫ ਉਹ ਨਵੀਂ ਪਟੀਸ਼ਨ ਦਾਖਲ ਕਰ ਰਹੇ ਆ, ਕਿਉਂਕਿ ਐਕਚੁਅਲੀ ਇਹਦੇ ਵਿੱਚ ਟੈਕਨੀਕਲੀ ਇੱਕ ਜਿਹੜੀ ਚੀਜ਼ ਉਹ ਇਹ ਸੀਗੀ ਕਿ ਜਦੋਂ ਰਾਸ਼ਟਰਪਤੀ ਨੇ ਇਹ ਖਾਰਜ ਜਿਹੜੀ ਕੀਤੀ ਹੈ ਇਹ ਪਟੀਸ਼ਨ ਉਦੋਂ ਪਹਿਲਾਂ ਪਾਈ ਗਈ ਸੀਗੀ। ਇਹ ਆਖਿਆ ਗਿਆ ਸੀਗਾ ਕਿ ਰਾਸ਼ਟਰਪਤੀ ਹੋਰਾਂ ਨੂੰ ਜਿਹੜਾ ਜੀ ਉਹ ਸਾਈਨ ਕਰਨ ਤੋਂ ਰੋਕਣ ਦੇ ਵਾਸਤੇ ਉਹਨਾਂ ਨੂੰ ਸਟੇ ਦਿੱਤਾ ਜਾਵੇ। ਹਾਈ ਕੋਰਟ ਨੇ ਇਹਦੀ ਡੇਟ ਅੱਗੇ ਪਾਤੀ। ਉਹਦੇ ਡਿਊਰਿੰਗ ਜਿਹੜਾ ਤੇਜ਼ੀ ਦੇ ਨਾਲ ਰਾਸ਼ਟਰਪਤੀ ਹੋਰਾਂ ਨੇ ਛੁੱਟੀ ਵਾਲੇ ਦਿਨ ਇਹਦੇ ਉੱਤੇ ਸਾਈਨ ਕਰਕੇ ਜਿਹੜੇ ਸੀਗੇ ਜੀ ਇਹਨਾਂ ਨੂੰ ਅਯੋਗ ਕਰਾਰ ਦੇ ਦਿੱਤਾ। ਤੋ
ਟੈਕਨੀਕਲੀ ਉਹ ਜਿਹੜੀ ਪਾਈ ਪਟੀਸ਼ਨ ਸੀ ਉਹਦੇ ਕੋਲ ਮਾਇਨੇ ਨਹੀਂ ਸੀ ਰਹਿ ਗਏ, ਇਸ ਕਰਕੇ ਉਹ ਵਾਪਸ ਜਿਹੜੇ ਆ ਜੀ ਉਹ ਲਈ ਗਏ ਆ। ਜਸਟਿਸ ਰੇਖਾ ਪੱਲੀ ਨੇ ਇਹਨਾਂ ਵਿਧਾਇਕਾਂ ਨੂੰ ਪਹਿਲੀ ਪਟੀਸ਼ਨ ਜਿਹੜੀ ਸੀ ਉਹ ਵਾਪਸ ਲੈਣ ਦੀ ਆਗਿਆ ਜਿਹੜੀ ਉਹ ਦੇ ਦਿੱਤੀ, ਔਰ ਜਿਹੜੇ ਇਹ ਵਿਧਾਇਕ ਸੀਗੇ ਜੀ, ਇਹਨਾਂ ਦੇ ਵਕੀਲ ਉੱਥੇ ਜਿਹੜੇ ਹਾਜ਼ਰ ਸੀਗੇ ਜੀ, ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਅਦਾਲਤ ਨੂੰ ਦੱਸੀ ਕਿ ਰਾਸ਼ਟਰਪਤੀ ਦੇ ਵੱਲੋਂ ਚੋਣ ਕਮਿਸ਼ਨ ਦੀ ਸਿਫਾਰਿਸ਼ ਸਵੀਕਾਰ ਕੀਤੇ ਜਾਣ ਤੋਂ ਬਾਅਦ ਸਰਕਾਰ ਦੇ ਵੱਲੋਂ 20 ਜਨਵਰੀ ਨੂੰ ਇੱਕ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਕੀਤਾ ਗਿਆ। ਇਸ ਦਸਤਾਵੇਜ਼ ਨੂੰ ਰਿਕਾਰਡ ਦੇ ਉੱਤੇ ਲੈਂਦਿਆਂ ਅਦਾਲਤ ਨੇ ਇਹਨਾਂ ਵਿਧਾਇਕਾਂ ਨੂੰ ਕੋਈ ਰਾਹਤ ਨਾ ਦੇਣ ਵਾਲੇ ਆਪਣੇ 19 ਜਨਵਰੀ ਦੇ ਹੁਕਮਾਂ ਨੂੰ ਜਿਹੜਾ ਜੀ ਉਹ ਬਰਕਰਾਰ ਰੱਖਿਆ। ਹੁਣ ਦੇਖਣਾ ਜਿਹੜਾ ਜੀ ਇਹ ਹੋਊਗਾ ਕਿ ਹਾਈ ਕੋਰਟ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਲੈਂਦੀ ਹੈ। ਉਸ ਤੋਂ ਬਾਅਦ ਜਿਹੜਾ ਰਾਹ ਬਚਦਾ ਉਹ ਸੁਪਰੀਮ ਕੋਰਟ ਹੈ। ਸੁਪਰੀਮ ਕੋਰਟ ਤੋਂ ਵੀ ਜਿਹੜਾ ਟੈਕਨੀਕਲੀ ਦੇਖਿਆ ਜਾਵੇ ਤਾਂ ਇਹ ਜਿਹੜੀ ਹੈ ਜੀ ਇਹ ਬੇਸ਼ੱਕ ਟਾਰਗੇਟ ਲਾ ਕੇ ਕਿਉਂ ਨਾ ਜਿਹੜਾ ਜੀ ਉਹ ਕੀਤੀ ਗਈ ਹੋਵੇ ਇੱਕ ਸੂਬੇ ਦੀ, ਸੰਵਿਧਾਨ ਮੁਤਾਬਕ ਜਿਹੜਾ ਜੀ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਏ ਨਹੀਂ ਜਾ ਸਕਦੇ, ਸਾਰੇ ਸੂਬੇ ਜਿਹੜੇ ਨੇ ਜੀ ਉਹ ਬਣਾਉਂਦੇ ਨੇ। ਹੁਣ ਅਗਲਾ ਮਾਮਲਾ ਜਿਹੜਾ ਜੀ ਉਹ ਹਰਿਆਣੇ ਦਾ ਉੱਭਰ ਪਿਆ, 4 ਇੱਥੇ ਜਿਹੜਾ ਜੀ ਬਣਾਏ ਹੋਏ ਨੇ, ਰਾਜਸਥਾਨ 'ਚ ਵੀ ਬਣੇ ਨੇ, ਗੁਜਰਾਤ 'ਚ ਪਿਛਲੀ ਸਰਕਾਰ ਦੇ ਮੌਕੇ ਤੇ ਬਣੇ ਸੀਗੇ, ਮੱਧ ਪ੍ਰਦੇਸ਼ ਦੇ ਵਿੱਚ ਵੀ ਬਣੇ ਹੋਏ ਨੇ, ਸਾਰੇ ਜਗ੍ਹਾ ਤੇ ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜੇ ਇਹ ਬਣਾਏ ਹੋਏ ਨੇ। ਪਰ ਜਿਹੜੀ ਗਾਜ ਰਹੀ ਹੈ ਸਰਕਾਰ ਦੀ, ਉਹ ਤਾਂ ਜੀ ਸਾਰਾ ਕੁਝ ਜਾਣ ਬੁੱਝ ਕੇ ਹੋ ਰਿਹਾ ਆ। ਤੇ ਅੱਗੇ ਆਪਾਂ ਮਨਪ੍ਰੀਤ ਬਾਦਲ ਦੀ ਅਸੀਂ ਗੱਲ ਕਰੀਏ, ਉਸਨੇ ਕਿਹਾ ਕਿ ਵੱਡੇ ਕਿਸਾਨਾਂ ਤੇ ਟੈਕਸ ਲਾਓ ਤੇ ਛੋਟਿਆਂ ਨੂੰ ਪੈਸੇ ਦਿਓ। ਕਿਉਂਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰੀ ਤੁਸੀਂ ਕਹਿ ਲਓ ਕਿ ਉਹ ਇਸ ਬਿਆਨ ਤੋਂ ਬਾਅਦ ਪੱਤੇ ਪਾਣੀ 'ਚ ਪੈਂਦੇ ਜਾਪਦੇ ਆ। ਹੋ ਸਕਦਾ ਕਿ ਉਹਨਾਂ ਦਾ ਬਿਆਨ ਆ ਜਾਏ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਜਿਹੜਾ ਵੀ ਉਹ ਕੀਤਾ ਗਿਆ, ਕਿਉਂਕਿ ਅਕਸਰ ਜਿਹੜੇ ਸਿਆਸਤਦਾਨ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕੇਂਦਰ ਦੀ ਸਰਕਾਰ ਨੂੰ ਇਹ ਸੁਝਾਅ ਦਿੱਤਾ ਆ ਕਿ ਦੇਸ਼ ਦੇ ਸੰਕਟ ਵਿੱਚ ਘਿਰੇ ਕਿਸਾਨਾਂ ਤੇ ਖਾਸ ਕਰਕੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਵਾਰਸਾਂ ਦੀ ਮਦਦ ਲਈ 5 ਲੱਖ ਤੋਂ ਵੱਧ ਆਮਦਨੀ ਵਾਲੇ ਕਿਸਾਨਾਂ ਦੇ ਉੱਤੇ 0.5% ਆਮਦਨ ਟੈਕਸ ਲਾ ਕੇ ਸਮੱਸਿਆ ਦਾ ਹੱਲ ਜਿਹੜਾ ਜੀ ਉਹ ਕੀਤਾ ਜਾਵੇ। ਸੂਬੇ ਨੂੰ ਵੱਡੇ ਕਰਜ਼ੇ ਦੇ ਬੋਝ ਦੇ ਹੇਠ ਧੱਕਣ ਲਈ ਅਕਾਲੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਹੋਇਆਂ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਸਾਹਮਣੇ ਧਰਨੇ ਤੇ ਬਹਿਣ ਤਾਂ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਨੂੰ ਕੋਈ ਰਾਹਤ ਜਿਹੜੀ ਹੈ ਜੀ ਉਹ ਮਿਲ ਸਕੇ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜਾ ਕੇਂਦਰ ਦੀ ਸਰਕਾਰ ਨੂੰ ਲਿਖਿਆ, ਉਹਦੇ 'ਚ ਲਿਖਿਆ ਕਿ 5 ਲੱਖ ਤੋਂ ਵੱਧ ਆਮਦਨੀ ਵਾਲੇ ਕਿਸਾਨਾਂ ਦੇ ਉੱਤੇ ਸਿਰਫ 0.5% ਟੈਕਸ ਲਾਉਣ ਦੇ ਨਾਲ 50,000 ਕਰੋੜ ਰੁਪਈਆ ਇਕੱਠਾ ਹੋਣ ਦਾ ਅੰਦਾਜ਼ਾ ਹੈ। ਤੇ ਉਹਨਾਂ ਨੇ ਕਿਹਾ ਕਿ ਇਹ ਪੈਸਾ ਸੰਕਟ ਦੇ ਵਿੱਚ ਘਿਰੇ ਕਿਸਾਨਾਂ ਦੀ ਤੇ ਸਿਹਤ ਸੁਧਾਰਨ, ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਵਾਰਸਾਂ ਪਾਣੀ ਦੀ ਬਿਹਤਰ ਵਰਤੋਂ ਦੇ ਵਾਸਤੇ ਵਰਤਿਆ ਜਾਵੇ। ਉਹਨਾਂ ਨੇ ਕਿਹਾ ਕਿ ਇਸ ਪੈਸੇ ਦੇ ਨਾਲ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਮਦਦ ਕੀਤੀ ਜਾਵੇ। ਉਹਨਾਂ ਨੇ ਤਜਵੀਜ਼ ਅਕਾਲੀਆਂ ਨੇ 31,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਨੂੰ ਕਰਜ਼ੇ ਦੇ ਵਿੱਚ ਜਿਹੜਾ ਜੀ ਉਹ ਬਦਲਵਾ ਦਿੱਤਾ ਸੀਗਾ। ਮਨਪ੍ਰੀਤ ਸਿੰਘ ਬਾਦਲ ਹੋਰੀ ਕਹਿੰਦੇ ਨੇ ਕਿ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਉਹ CCL ਦਾ 31,000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ ਦੇ ਮੂਹਰੇ ਧਰਨਾ ਦੇਣ ਤੇ ਇਹ ਕਰਜ਼ਾ ਜੇ ਉਹ ਮੁਆਫ ਕਰਵਾ ਦਿੰਦੇ ਆ, ਉਹ ਕਹਿੰਦੇ ਕਿ ਅਸੀਂ ਇਹ ਸਾਰਾ ਪੈਸਾ ਜਿਹੜਾ ਕਿਸਾਨਾਂ ਨੂੰ ਜਾਰੀ ਕਰ ਦਿਆਂਗੇ। ਮਨਪ੍ਰੀਤ ਬਾਦਲ ਹੋਰਾਂ ਨੇ ਵੀ ਕਿਹਾ ਸੀ ਕਿ 31,000 ਕਰੋੜ ਰੁਪਏ ਦੀ CCL ਨੂੰ ਕਰਜ਼ੇ ਦੇ ਵਿੱਚ ਬਦਲਣ ਕਰਕੇ ਸਾਨੂੰ 3240 ਕਰੋੜ ਰੁਪਏ ਹਰ ਸਾਲ ਭਰਨੇ ਪੈਣਗੇ ਤੇ ਇਹ ਪੈਸਾ 20 ਸਾਲ ਅਦਾ ਜਿਹੜਾ ਜੀ ਉਹ ਕਰਨਾ ਪਊਗਾ। GST ਦੇ ਸਭ ਤੋਂ ਵੱਡੇ ਹਮਾਇਤੀ ਰਹੇ ਜਿਹੜਾ ਮਨਪ੍ਰੀਤ ਸਿੰਘ ਬਾਦਲ ਹੋਰੀ ਕਹਿੰਦੇ ਨੇ ਕਿ GST ਜਿਹੜੀ ਹੈ ਜੀ 28% ਟੈਕਸ ਦੀ ਸਲੈਬ ਜਿਹੜੀ ਆ ਉਹ ਖਤਮ ਕਰਨੀ ਚਾਹੀਦੀ ਹੈ, ਕਿਉਂਕਿ ਦੁਨੀਆ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦੀ ਸਲੈਬ ਨਹੀਂ ਹੈ ਜੀ। ਉਹ ਹੁਣ ਬਾਰ-ਬਾਰ ਕਹਿ ਰਹੇ ਆ ਕਿ ਪੰਜਾਬ ਦੇ ਰੈਵਨਿਊ ਦੇ ਵਿੱਚ 40% ਦਾ ਘਾਟਾ ਪੈ ਗਿਆ ਔਰ ਕਿਸੇ ਟਾਈਮ ਉਹ ਅਲਾਮਾ ਇਕਬਾਲ ਦੇ ਜਿਹੜੇ ਜੀ ਉਹ ਸ਼ੇਅਰ ਫੜਦਿਆਂ ਹੋਇਆਂ GST ਨੂੰ ਇੱਕ ਬਹੁਤ ਵੱਡੀ ਜਿਹੜੀ ਜੀ ਉਹ ਤਬਦੀਲੀ ਦੱਸਦੇ ਰਹੇ ਨੇ। ਜੀ ਤੇ ਅੱਗੇ ਆਪਾਂ ਕਾਂਗਰਸ ਵਿੱਚ ਪਿਆ ਕਲੇਸ਼ ਹੈ ਤਾਂ ਬਹੁਤ ਦੇਰ ਦਾ ਆ, ਪਰ ਹੁਣ ਜਾਖੜ ਹੋਣੀ ਕੈਪਟਨ ਅਮਰਿੰਦਰ ਸਿੰਘ ਦੇ ਪਿੱਠ ਤੇ ਆਏ। ਬਿਲਕੁਲ ਜੀ, ਐਕਚੁਅਲੀ ਇੱਕ ਤਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜੇ ਇੱਕ ਇੰਟਰਵਿਊ ਦੇ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੇ ਕਿੰਤੂ ਪ੍ਰੰਤੂ ਖੜੇ ਕੀਤੇ, ਉਦੋਂ ਬਾਅਦ ਤੁਸੀਂ ਇਹ ਕਹਿ ਲਓ ਕਿ ਇਹ ਕਾਟੋ ਕਲੇਸ਼ ਜਿਹੜਾ ਜੀ ਉਹ ਡੇ ਬਾਈ ਡੇ ਨਵੇਂ ਰੂਪ 'ਚ ਸਾਹਮਣੇ ਆ ਰਿਹਾ। ਬਿਲਕੁਲ ਸਰੋਤਿਓ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਕਿਉਂਕਿ ਕੋਈ ਨਾ ਕੋਈ ਫੋਨ ਦੇ ਵਿੱਚ ਪ੍ਰੋਬਲਮ ਹੈਗੀ ਆ, ਇਸ ਕਰਕੇ ਆਵਾਜ਼ ਸਾਫ਼ ਸੁਣਾਈ ਨਹੀਂ ਦੇ ਰਹੀ ਤੇ ਅਸੀਂ ਦੁਬਾਰਾ ਜੁੜਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੁਣ ਰਹੇ ਹੋ ਪੰਜਾਬੀ ਰੇਡੀਓ USA KOBO
14 AM, Yuba City. KIID 1470, Sacramento. KWRU 1300 AM, Fresno. ਉਹ ਸਾਰੀ ਉਮਰ ਡਰਾਈਵਰ ਹੀ ਬਣਿਆ ਰਹੇਗਾ ਕਿ ਕਦੇ ਆਪਣਾ ਟਰੱਕ ਵੀ ਪਾਉਣਾ? ਉਹ ਦੇਖ ਲੰਬੜਾ ਦੇ ਜੀਤੇ ਦੀ ਚੜਾਈ ਆ ਪੂਰੀ, ਜਦ ਆਪਣਾ ਟਰੱਕ ਪਾਇਆ ਮੌਜਾਂ ਕਰਦਾ। ਉਹ ਭਰਾਵਾ ਗੱਲ ਤਾਂ ਤੂੰ ਸਹੀ ਕਰਦਾ ਪਰ ਮੈਨੂੰ ਲੋਨ ਦੇਣਾ ਕਿਹਨੇ ਹੈ? ਲੋਨ ਦਾ ਫਿਕਰ ਤੂੰ ਵਿਰਸਾ ਕੈਪੀਟਲ ਵਾਲਿਆਂ ਤੇ ਛੱਡ ਦੇ, ਉਹਨਾਂ ਦੇਖੀ ਤੇਰੇ ਟਰੱਕ ਦਾ ਲੋਨ ਬੜੀ ਆਸਾਨੀ ਨਾਲ ਕਰਾ ਦੇਣਾ ਆ ਚੱਕ ਨੰਬਰ 844 847 7222 844 847 7222। ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 844 847 7222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ? ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 844 847 7222। ਵਿਰਸਾ ਕੈਪੀਟਲ। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਬ੍ਰੇਕ ਤੋਂ ਬਾਅਦ ਇੱਕ ਵਾਰੀ ਸਰੋਤਿਆਂ ਦਾ ਫਿਰ ਸਵਾਗਤ ਕਰਦੇ ਆ ਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਇੱਕ ਵਾਰ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ। ਹੁਣ ਠੀਕ ਹੈ ਜੀ ਆਵਾਜ਼? ਹਾਂਜੀ ਬਿਲਕੁਲ ਠੀਕ ਹੈ ਜੀ। ਤੇ ਅੱਗੇ ਆਪਾਂ ਮਨਪ੍ਰੀਤ ਬਾਦਲ ਦੀ ਗੱਲ ਕਾਂਗਰਸ ਤੇ ਕਾਟੋ ਕਲੇਸ਼ ਦੀ ਗੱਲ ਕਰ ਰਹੇ ਸੀਗੇ ਤੇ ਉਸ ਕਾਟੋ ਕਲੇਸ਼ ਦੇ ਵਿੱਚ ਜਾਖੜ ਹੋਣੀ ਕੈਪਟਨ ਦੀ ਪਿੱਠ ਤੇ ਆਏ। ਦੇਖੋ ਜੀ, ਚੱਲ ਤਾਂ ਇਹ ਮਾਮਲਾ ਜਿਹੜਾ ਜੀ ਪਿਛਲੇ ਕੁਝ ਦਿਨਾਂ ਤੋਂ ਰਿਹਾ, ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੱਕ ਲੰਮੀ ਚੌੜੀ ਜਿਹੜੀ ਜੀ ਉਹ ਇੰਟਰਵਿਊ ਦੇ ਕੇ ਪੰਜਾਬ ਦੀ ਮੌਜੂਦਾ ਕਾਂਗਰਸ ਦੀ ਸਰਕਾਰ ਤੇ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਨੂੰ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ, ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਸੀਗੇ ਉਹ ਖੜੇ ਕੀਤੇ। ਉਸ ਤੋਂ ਬਾਅਦ ਇਹ ਜਿਹੜਾ ਜੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕੋਈ ਜਿਹੜਾ ਜੀ ਇਹਦੇ ਉੱਤੇ ਜਵਾਬ ਆਇਆ, ਨਾ ਜਿਹੜੇ ਬਾਕੀ ਮੰਤਰੀ ਨੇ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਜਵਾਬ ਦਿੱਤਾ। ਹੁਣ ਇਹਦੇ ਉੱਤੇ ਜਿਹੜਾ ਜੀ ਸੁਨੀਲ ਜਾਖੜ ਹੋਰੀ ਜ਼ਰੂਰ ਜਿਹੜਾ ਬੋਲੇ ਨੇ। ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਪ੍ਰਧਾਨ ਰਹੇ ਨੇ ਪੰਜਾਬ ਕਾਂਗਰਸ ਦੇ, ਉਹਨਾਂ ਨੂੰ ਇਹ ਪਤਾ ਹੈ ਕਿ ਇਹੋ ਜਿਹੇ ਮੁੱਦੇ ਕਿਵੇਂ ਤੇ ਕਿੱਥੇ ਉਠਾਏ ਜਾਂਦੇ ਆ। ਉਹ ਕਹਿੰਦੇ ਕਿ ਮੀਡੀਆ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਨਹੀਂ ਸੀ ਜਾਣਾ ਚਾਹੀਦਾ। ਉਹਨਾਂ ਨੂੰ ਇਹ ਮੁੱਦਾ ਜਾਂ ਤਾਂ ਰਾਹੁਲ ਗਾਂਧੀ ਹੋਰਾਂ ਦੇ ਕੋਲੇ ਚੁੱਕਦੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਇਹ ਮੁੱਦਾ ਜਿਹੜਾ ਜੀ ਉਹ ਚੁੱਕਦੇ ਤੇ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਉਹ ਮਿਲ ਜਾਣਾ ਸੀਗਾ ਜੀ। ਉਹਦੇ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀਆਂ ਵੀ ਬਾਗੀ ਸੁਰਾਂ ਜਿਹੜੀਆਂ ਜੀ ਉਹ ਹੋਰ ਫਿਰ ਦੁਬਾਰਾ ਉੱਠੀਆਂ ਨੇ। ਤਾਂ ਉਹਨਾਂ ਨੇ ਇਹ ਗੱਲ ਜਿਹੜੀ ਜੀ ਆਖੀ ਆ ਕਿ ਮੈਨੂੰ ਤਾਂ ਜਿਹੜਾ ਵੀ ਹੋ ਰਹੀ ਹੈ ਫਿਲਮਾਂ ਦੇ ਚੈਨਲ ਦੀ ਅੱਜ ਮੇਲ ਦੀ ਚੋਣ ਕਿਸੇ ਟਾਈਮ ਵੀ ਜਿਹੜਾ ਜੀ ਉਹ ਕੀਤੀ ਜਾ ਸਕਦੀ ਆ ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਜੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅੰਮ੍ਰਿਤਸਰ ਨਿਗਮ ਚੋਣ ਦੇ ਵਾਸਤੇ ਜਿਹੜੇ ਮੇਅਰ ਦੀ ਚੋਣ ਦੇ ਵਾਸਤੇ ਉਹਨਾਂ ਨੂੰ ਸੱਦਾ ਪੱਤਰ ਤੱਕ ਨਹੀਂ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਬਿਨਾਂ ਬੁਲਾਇਆ ਉਹ ਕਿਤੇ ਜਾਂਦੇ ਨਹੀਂ। ਲੇਟੈਸਟ ਜਿਹੜੀ ਇੱਕ ਖਬਰ ਆ ਰਹੀ ਹੈ ਕੁਝ ਮਿੰਟ ਪਹਿਲਾਂ ਜਿਹੜੀ ਪਤਾ ਲੱਗੀ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਿਲਣ ਗਏ ਸੀਗੇ, ਉਹ ਮਿਲੇ ਨਹੀਂ ਉਹਨਾਂ ਨੂੰ। ਇਹ ਮਤਲਬ ਕਿ ਸਾਰੀਆਂ ਜਿਹੜੀਆਂ ਦੀ ਇਹ ਖਬਰਾਂ ਉਹ ਇੱਕ ਦੂਜੇ ਦੇ ਨਾਲ ਜੁੜਦੀਆਂ ਨੇ। ਇਹਦੀਆਂ ਜਿਹੜੀਆਂ ਦੀ ਉਹ ਤਾਰਾਂ ਜੋ ਕੁਝ ਅੰਦਰ ਖਾਤੇ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਉਧਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਕਾਂਗਰਸ ਹਾਈਕਮਾਂਡ ਨੇ ਪਿਛਲੇ ਦਿਨੀ ਜਿਹੜੀ ਮੀਟਿੰਗ ਹੋਈ ਮੁੱਖ ਮੰਤਰੀ ਹੋਰਾਂ ਦੀ ਤੇ ਸੁਨੀਲ ਜਾਖੜ ਹੋਰਾਂ ਦੀ, ਉਹਦੇ ਵਿੱਚ ਇੱਕ ਗੱਲ ਸਪਸ਼ਟ ਕੀਤੀ ਆ ਕਿ ਪੰਜਾਬ ਦੇ ਵਿੱਚ ਡਿਪਟੀ ਸੀਐਮ ਦਾ ਅਹੁਦਾ ਜਿਹੜਾ ਜੀ ਉਹ ਚੱਲਦਾ। ਮੂਰਲੀ ਕਤਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਨੇ, ਮਨਪ੍ਰੀਤ ਸਿੰਘ ਬਾਦਲ ਤੇ ਬ੍ਰਹਮ ਮਹਿੰਦਰਾ ਹੋਰਾਂ ਦਾ ਨਾਮ ਵੀ ਜਿਹੜਾ ਜੀ ਉਹ ਇਸ ਮਾਮਲੇ 'ਚ ਚੱਲ ਰਿਹਾ। ਜੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਚੱਲੀ ਤਾਂ ਉਹ ਬ੍ਰਹਮ ਮਹਿੰਦਰਾ ਹੋਰਾਂ ਨੂੰ ਜਿਹੜਾ ਜੀ ਉਹ ਬਣਾਉਣਾ ਚਾਹੁਣਗੇ ਕਿਉਂਕਿ ਉਹਨਾਂ ਦੇ ਉਹ ਕੌਨਫੀਡੈਂਸ਼ੀਅਲ ਨੇ। ਪਰ ਇਹ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਬਹੁਤਾ ਜਿਹੜਾ ਜੀ ਸੰਭਾਲ ਲੂਗੀ ਇਹ ਮਾਮਲਾ। ਜੇ ਹਾਈ ਕਮਾਂਡ ਸੰਭਾਲਦੀ ਹੈ ਤੇ ਫਿਰ ਨਵਜੋਤ ਸਿੰਘ ਸਿੱਧੂ ਦੇ ਚਾਂਸ ਜਿਹੜੇ ਜੀ ਉਹ ਬਣ ਜਾਣਗੇ ਡਿਪਟੀ ਸੀਐਮ ਦੇ। ਜੇ ਨਵਜੋਤ ਸਿੰਘ ਸਿੱਧੂ ਨੇ ਡਿਪਟੀ ਸੀਐਮ ਦੇ ਅਹੁਦੇ ਦੇ ਉੱਤੇ ਆ ਜਾਂਦੇ ਨੇ ਤਾਂ ਨਿਰਸੰਦੇਹ ਜਿਹੜੀ ਧੜੇਬੰਦੀ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਉਹ ਧੜੇਬੰਦੀ ਇੱਕ ਸਟਰੋਂਗ ਰੂਪ ਦੇ ਵਿੱਚ ਸਾਹਮਣੇ ਆਊਗੀ। ਜੀ ਜੀ ਬਿਲਕੁਲ। ਇਹਨਾਂ ਦਾ ਕਾਟੋ ਕਲੇਸ਼ ਤਾਂ ਬਹੁਤ ਦੇਰ ਦਾ ਚੱਲਦਾ ਤਾਂ ਅੱਗੇ ਆਪਾਂ ਜੇਲ੍ਹਾਂ ਦੇ ਵਿੱਚ ਨਸ਼ਾ ਤਸਕਰੀ ਦੀ ਗੱਲ ਕਾਫੀ ਟਾਈਮ ਤੋਂ ਕਰਦੇ ਆਏ ਆ ਤੇ ਹੁਣ ਨਸ਼ਾ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼ ਹੋਇਆ। ਇਹ ਗੱਲ ਤਾਂ ਬਿਲਕੁਲ ਕਈ ਵਾਰੀ ਉੱਠੀ ਆ ਪਰ ਜਿਹੜੇ ਜੇਲ੍ਹਾਂ ਦੇ ਹੈਗੇ ਨੇ ਜੀ ਇਹਨੂੰ ਪ੍ਰਸ਼ਾਸਨ ਜਿਹੜਾ ਜੀ ਸੰਭਾਲਦਾ
ਉਹ ਕਦੀ ਨਹੀਂ ਇਹ ਮੰਨਦਾ ਕਿ ਜੇਲ੍ਹਾਂ ਦੇ ਅੰਦਰ ਕਿਸੇ ਕਿਸਮ ਦੀ ਤਸਕਰੀ ਜਿਹੜੀ ਹੈ ਜੀ ਉਹ ਹੋ ਰਹੀ ਹੈ। ਕਈ ਸਾਲਾਂ ਤੋਂ ਜਿਹੜੀ ਹੈ ਜੀ ਇਹ ਚੱਲ ਰਹੀ ਹੈ। ਸਾਬਕਾ ਜੇਲ੍ਹਾਂ ਦੇ DGP ਸ਼ਸ਼ੀਕਾਂਤ ਹੋਰਾਂ ਨੇ ਇਹ ਮੁੱਦਾ ਜਿਹੜਾ ਜੀ ਉਹ ਉਠਾਇਆ ਸੀਗਾ ਕਈ ਵਾਰੀ ਪਹਿਲਾਂ। ਉਹਨਾਂ ਨੇ ਚਿੱਠੀ ਵੀ ਉਦੋਂ ਦੇ ਮੁੱਖ ਮੰਤਰੀ ਨੂੰ ਲਿਖੀ, ਸ਼ਾਇਦ ਉਹ ਉਹਦੀ ਕਾਪੀ ਰੱਖਣੀ ਭੁੱਲ ਗਏ, ਜਿਹਦੇ ਕਰਕੇ ਉਹਨਾਂ ਨੂੰ ਕਈ ਵਾਰੀ ਇਹ ਕਿਹਾ ਗਿਆ ਜੀ ਕਿ ਉਹ ਜਨਤਕ ਕਰ ਦੇਣ ਕਿਹੜੇ ਕਿਹੜੇ ਨਾਮ ਸੀ, ਉਹਨਾਂ ਵੀ ਜਨਤਕ ਜਿਹੜੇ ਉਹ ਨਹੀਂ ਕੀਤੇ। ਪਿਛਲੇ ਦਿਨੀ ਲੱਖਾ ਸੁਧਾਣਾ ਨੇ ਵੀ ਇਹ ਮਾਮਲਾ ਜਿਹੜਾ ਜੀ ਉਠਾਇਆ ਸੀਗਾ ਕਿ ਜੇਲ੍ਹਾਂ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਜੀ ਗੈਂਗ ਇਸ ਵੇਲੇ ਚੱਲ ਰਿਹਾ, ਜਿਹੜਾ ਕਿ ਨਸ਼ੇ ਵੇਚ ਰਿਹਾ। ਉਹਨਾਂ ਦੀ ਇੱਕ ਆਪਣੀ ਸਲਤਨਤ ਹੈ ਅੰਦਰ। ਪ੍ਰਸ਼ਾਸਨ ਜਿਹੜਾ ਵੀ ਮੰਨੇ ਜਾਂ ਨਾ ਮੰਨੇ, ਪਰ ਹੁਣ ਇਹ ਹੈ ਜੀ ਕਿ ਜਿਹੜੇ ਕੁਝ ਫੜੇ ਗਏ ਬੰਦੇ ਆ ਉਹਦੇ ਤੋਂ ਇਹ ਗੱਲਾਂ ਦੀ ਬਿਲਕੁਲ ਪੁਸ਼ਤਨਾਹੀ ਜਿਹੜੀ ਹੈ ਜੀ ਉਹ ਹੋ ਰਹੀ ਆ ਕਿ ਉਹ ਚੱਲ ਰਹੀ ਆ। ਇਹ ਜਲੰਧਰ ਦੀ ਪੁਲਿਸ ਦੇ ਵੱਲੋਂ ਜਿਹੜਾ ਜੀ ਇਹ ਫੜੇ ਗਏ ਨੇ, ਔਰ ਇਹਨਾਂ ਜਿਹੜੇ ਗਰੋਹ ਫੜੇ ਗਏ ਆ ਇਹਨਾਂ ਦੇ ਨਾਈਜੀਰੀਅਨ ਸਰਗਨੇ ਜਿਹੜੇ ਰੋਪੜ ਤੇ ਨਾਭੇ ਦੀਆਂ ਜੇਲ੍ਹਾਂ ਦੇ ਅੰਦਰ ਬੰਦ ਨੇ। 2 ਨਾਈਜੀਰੀਅਨ ਔਰਤਾਂ ਨੂੰ ਜਿਹੜਾ ਜੀ ਉਹ ਅਰੈਸਟ ਕੀਤਾ ਗਿਆ। ਇਹਨਾਂ ਕੋਲੋਂ 2.5 ਕਿਲੋ ਹੈਰੋਇਨ ਜਿਹੜੀ ਹੈ ਜੀ ਉਹ ਬਰਾਮਦ ਕੀਤੀ ਗਈ ਆ, ਜਿਹਦੀ ਕੀਮਤ ਕੋ 12.5 ਕਰੋੜ ਰੁਪਏ ਦੱਸੀ ਜਾ ਰਹੀ ਆ ਅੰਤਰਰਾਸ਼ਟਰੀ ਮੰਡੀ 'ਚ। ਇਹਦਾ ਇੱਕ ਜਿਹੜਾ ਸਰਗਨਾ ਮਾਈਕਲ ਆ ਜੀ ਤੇ ਉਹਦਾ ਸਾਥੀ ਰਾਜਾ ਸਿੰਘ ਉਰਫ ਰਾਜੂ ਇਹ ਨਾਭਾ ਜੇਲ੍ਹ ਦੇ ਵਿੱਚ ਬੰਦ ਹੈ, ਜਦੋਂ ਕਿ ਦੂਜੇ ਗਰੋਹ ਦਾ ਸਰਗਨਾ ਜੌਨ ਨਾਭਾ ਜੇਲ੍ਹ ਦੇ ਵਿੱਚ ਤੇ ਇੱਕ ਮਾਮੂ ਜਿਹੜਾ ਉਹ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ ਜੀ। ਇੱਕ ਤਾਂ ਰੋਸਤੀ ਨਮੋਤੇਰੀ ਜਿਹੜੀ ਕਿ 22 ਸਾਲਾਂ ਦੀ ਆ, ਯੁਗਾਂਡਾ ਦੀ ਰਹਿਣ ਵਾਲੀ ਆ। ਇਹਦੇ ਕੋਲੋਂ 1.5 ਕਿਲੋ ਹੈਰੋਇਨ ਜਿਹੜੀ ਆ ਜੀ ਬਰਾਮਦ ਹੋਈ ਆ। ਜਿਹੜੀਆਂ ਮੱਛੀਆਂ ਨੇ, ਮਰੀਆਂ ਹੋਈਆਂ ਮੱਛੀਆਂ, ਉਹਨਾਂ ਦਾ ਢਿੱਡ ਚੀਰ ਕੇ ਉਹਦੇ ਵਿੱਚ ਹੈਰੋਇਨ ਦੇ ਕੈਪਸੂਲ ਜਿਹੜੇ ਆ ਜੀ ਉਹ ਬਣਾ ਕੇ ਰੱਖੇ ਹੋਏ ਸੀਗੇ। ਜਿਹੜੀ ਇਹ ਦਿੱਲੀ ਤੋਂ ਇੱਥੇ ਲੈ ਕੇ ਆਈ ਆ, ਪੰਜਾਬ ਦੇ ਵਿੱਚ ਖੇਪ ਫੜੀ ਗਈ ਆ। ਦੂਜੀ ਨਾਈਜੀਰੀਅਨ ਔਰਤ ਜਿਹੜੀ ਆ ਜੀ ਉਹ ਫੇਥ ਹੈ, 25 ਸਾਲਾਂ ਦੀ। ਇਹ ਨਾਈਜੀਰੀਆ ਦੇ ਆਕਲੈਂਡ ਸ਼ਹਿਰ ਦੀ ਰਹਿਣ ਵਾਲੀ ਆ। ਉਹਦੇ ਨਾਲ 2 ਪੰਜਾਬੀ ਜਿਹੜੇ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ। ਇਹਨਾਂ ਕੋਲੋਂ ਵੀ ਹੈਰੋਇਨ ਜਿਹੜੀ ਹੈ ਜੀ ਉਹ ਬਰਾਮਦ ਕੀਤੀ ਗਈ ਆ, ਔਰ ਕਾਰ ਵੀ ਬਰਾਮਦ ਕੀਤੀ ਗਈ ਆ। ਇਹ ਕਰਮਜੀਤ ਸਿੰਘ ਆ, ਇੱਕ ਸਿੰਘਾਂ ਵਾਲਾ ਮੋਗਾ ਦਾ ਰਹਿਣ ਵਾਲਾ, ਦੂਜਾ ਪੁਨੀਤ ਚਾਵਲਾ ਜਿਹੜਾ ਮੋਹਾਲੀ ਦਾ ਰਹਿਣ ਵਾਲਾ। ਇਹ ਕਿਹਾ ਜਾਂਦਾ ਜੀ ਕਿ ਇਹ ਬਾਹਰੋਂ ਸਪਲਾਈ ਦਿੰਦੇ ਸੀਗੇ ਅੰਦਰ ਬੈਠੇ 2 ਜਗ੍ਹਾ ਦੇ ਉੱਤੇ, ਉੱਪਰ ਤੇ ਨਾਭੇ ਦੀ ਜੇਲ੍ਹ ਦੇ ਵਿੱਚ ਆ, ਉਹ ਫਿਰ ਇਹਨੂੰ ਜਿਹੜਾ ਜੀ ਅੰਦਰ ਜੇਲ੍ਹ ਦੇ ਵੇਚਦੇ ਸੀਗੇ। ਸੋ ਇਹ ਗੱਲ ਜਿਹੜੀ ਹੈ ਜੀ ਬਿਲਕੁਲ ਕਲੀਅਰ ਹੁਣ ਪੁਲਿਸ ਆਪ ਮੰਨ ਰਹੀ ਹੈ ਕਿ ਅੰਦਰ ਜਿਹੜੀ ਜੀ ਇਹ ਸਪਲਾਈ ਜਾਂਦੀ ਸੀਗੀ। ਹੁਣ ਅਗਲਾ ਸਵਾਲ ਜਿਹੜਾ ਜੀ ਉਹ ਫਿਰ ਉਹੀ ਖੜਾ ਜਿਹਦੇ ਉੱਤੇ ਪਿਛਲੇ ਦਿਨਾਂ ਤੋਂ ਬਹਿਸ ਤੇ ਜਿਹੜਾ ਜੀ ਕਈ ਕੁਝ ਚੱਲਦਾ ਰਿਹਾ ਕਿ ਅੰਦਰ ਫਿਰ ਜਾਂਦੀ ਕਿਵੇਂ ਆ ਜੀ। ਇਹ ਤਾਂ ਹੈ ਨਹੀਂਗਾ ਕਿ ਕੋਈ ਜਿਹੜਾ ਬੰਦਾ ਗਿਆ ਤੇ ਜਾ ਕੇ ਕਿਸੇ ਨੂੰ ਪਹੁੰਚਾਤੀ, ਮਤਲਬ ਇਹ ਕਿ ਮਿਲ ਮਿਲਾ ਕੇ ਸਾਰਾ ਜਿਹੜਾ ਜੀ ਇਹ ਇੱਕ ਵੱਡਾ ਤਸਕਰੀ ਦਾ ਗੈਂਗ ਚੱਲ ਰਿਹਾ। ਬਿਲਕੁਲ ਜੀ, ਬਿਲਕੁਲ ਰਲ ਮਿਲ ਕੇ ਹੋ ਰਿਹਾ ਸਾਰਾ ਕੁਝ। ਤਾਂ ਅੱਗੇ ਇੱਕ ਮੋਗੇ ਦੇ ਵਿੱਚ ਪ੍ਰਵਾਸੀ ਦਾ ਕਤਲ ਕਾਂਡ ਹੋਇਆ ਸੀਗਾ, ਉਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਆਇਆ। ਇਹ ਪੁਲਿਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਜਿਹੜੀ ਹੈ ਜੀ ਉਹ ਹੁੰਦੀ ਆ, ਇਹਦੀ ਇਹ ਮਿਸਾਲ ਹੈ ਇੱਕ। ਇਹ ਜਿਹੜਾ ਜੀ ਸ਼ਹਿਰ ਦੀ ਹੱਦ ਦੇ ਉੱਤੇ ਪੈਂਦਾ ਇੱਕ ਪਿੰਡ ਤਾਰੇ ਵਾਲਾ, ਨਵਾਂ ਮੋਗਾ ਵੀ ਇਹਨੂੰ ਕਹਿੰਦੇ ਆ। 6 ਮਹੀਨੇ ਪਹਿਲਾਂ 23 ਜੁਲਾਈ ਨੂੰ ਇੱਕ ਪ੍ਰਵਾਸੀ ਬਜ਼ੁਰਗ ਪੰਜਾਬੀ ਜਿਹੜਾ ਸੀਗਾ ਜੀ ਉਹਦੀ ਹੱਤਿਆ ਕਰਕੇ ਉਹਦੇ ਘਰੋਂ ਸੋਨਾ, ਕੈਸ਼ ਤੇ ਵਿਦੇਸ਼ੀ ਕਰੰਸੀ ਲੁੱਟਣ ਦੇ ਦਰਜ ਕੇਸ ਦੇ ਵਿੱਚ ਪਹਿਲਾਂ ਪੁਲਿਸ ਨੇ 2 ਸਕੇ ਭਰਾਵਾਂ ਪੁਲਿਸ ਨੇ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 3 ਨੂੰ ਗ੍ਰਿਫਤਾਰ ਕੀਤਾ। ਪਹਿਲੇ 2 ਭਰਾ ਜਿਹੜੇ ਜੀ ਉਹ ਬੇਕਸੂਰ ਸੀਗੇ ਤੇ ਉਹਨਾਂ ਨੂੰ ਕੇਸ ਤੋਂ ਡਿਸਚਾਰਜ ਕਰਵਾ ਦਿੱਤਾ ਗਿਆ ਜੀ। 23 ਜੁਲਾਈ ਨੂੰ ਬਜ਼ੁਰਗ ਇੱਕ ਪ੍ਰਵਾਸੀ ਪੰਜਾਬੀ ਜੋੜਾ ਜਿਹੜਾ ਸੀਗਾ ਗੁਰਚਰਨ ਸਿੰਘ 65 ਸਾਲਾਂ ਦਾ ਤੇ ਉਹਦੀ ਪਤਨੀ ਬਲਜੀਤ ਕੌਰ 62 ਸਾਲਾਂ ਦੀ, ਉਹਨਾਂ ਦੇ ਘਰ ਦੇ ਉੱਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰਨ ਤੋਂ ਬਾਅਦ ਅਲਮਾਰੀ ਤੋੜ ਕੇ 35,000 ਨਗਦ, 8 ਤੋਲੇ ਸੋਨਾ, 6500 ਮਨੀਲਾ ਦੇ ਡਾਲਰ ਜਿਹੜੇ ਸੀ ਉਹ ਲੁੱਟ ਲਏ ਗਏ ਸੀਗੇ। ਬਜ਼ੁਰਗ ਗੁਰਚਰਨ ਸਿੰਘ ਦੀ ਤਾਂ ਮੌਕੇ ਤੇ ਮੌਤ ਹੋ ਗਈ ਸੀ, ਉਹਦੀ ਪਤਨੀ ਜਿਹੜੀ ਹੈ ਜੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਸੀਗੀ। ਪੁਲਿਸ ਨੇ ਜਿਹੜਾ ਜਾਂਚ ਦੇ ਮਗਰੋਂ ਇਸ ਕਤਲ ਦੇ ਦੋਸ਼ ਤੇ 3 ਮਜ਼ਦੂਰ ਰਵੀ ਕੁਮਾਰ ਉਰਫ ਪੋਪੋ ਜਿਹੜਾ ਤਰਲੋਕਪੁਰਾ ਡੁਮਰੀ ਗੋਂਡਾ ਦਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲਾ ਜੀ, ਉਹ ਗੁਰੂ ਨਾਨਕ ਨਗਰ ਮੋਗਾ ਚ ਇਹਨੇ ਵੀ ਨਹੀਂ ਰਹਿੰਦਾ। ਸ਼ਿਵਾ ਕੁਮਾਰ ਇਹ ਮਾਨਕਪੁਰ ਕਾਨਪੁਰ ਉੱਤਰ ਪ੍ਰਦੇਸ਼ ਔਰ ਇਸ ਵੇਲੇ ਮੋਗੇ ਰਹਿੰਦਾ ਜੀ। ਤੇ ਬਬਲੂ ਕੁਮਾਰ ਅਮੇਠੀ ਦਾ ਰਹਿਣ ਵਾਲਾ, ਇਹ ਵੀ ਜਿਹੜਾ ਜੀ ਇੱਥੇ ਰਹਿੰਦਾ। ਇਹਨਾਂ ਨੇ ਖੁਲਾਸਾ ਕੀਤਾ ਜੀ ਕਿ ਉਹਨਾਂ ਨੇ ਇਹ ਕਤਲ ਕੁਲਵਿੰਦਰ ਸਿੰਘ ਸੋਨੀ ਜਿਹੜਾ ਤਾਰੇ ਵਾਲਾ ਦੇ ਨਾਲ ਮਿਲ ਕੇ ਲੁੱਟ ਖੋਹ ਦੇ ਇਰਾਦੇ ਦੇ ਨਾਲ ਜਿਹੜਾ ਜੀ ਉਹ ਕੀਤਾ ਸੀਗਾ। ਹੁਣ ਸਵਾਲ ਇਹ ਹੈ ਕਿ ਇੰਨੇ ਮਹੀਨਿਆਂ ਤੋਂ ਬਾਅਦ ਪੁਲਿਸ ਨੇ ਇਹ ਨਵੇਂ ਬੰਦੇ ਜਿਹੜੇ ਜੀ ਫੜ ਲਏ, ਇਹ ਕਹਿਤਾ ਕਿ ਉਹਨਾਂ ਨੂੰ ਡਿਸਚਾਰਜ ਕਰਤਾ, ਪਰ ਇਹਦਾ ਜਵਾਬ ਕੋਈ ਨਹੀਂ ਦੇ ਸਕਦਾ ਜੀ ਕਿ ਇੰਨੇ ਮਹੀਨੇ ਜਿਹੜੇ ਉਹਨਾਂ ਨੇ ਜੇਲ੍ਹ ਦੇ ਵਿੱਚ ਕੱਟੇ ਉਹਦੀ ਜ਼ਿੰਮੇਵਾਰੀ ਕੌਣ ਲਊਗਾ। ਬਿਲਕੁਲ ਜੀ, ਇਹ ਪੁਲਿਸ ਕਰਕੇ ਬਹੁਤ ਕੁਝ ਹੋ ਰਿਹਾ। ਤੇ ਅੱਗੇ ਆਪਾਂ
ਭਾਜਪਾ ਦੇ ਦੋ ਵੱਡੇ ਆਗੂਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ। ਜੀ ਜਿਹੜੇ ਇਹ 20 MLA ਜਿਨ੍ਹਾਂ ਦੇ ਖਾਰਜ ਹੋਈ ਹੈ ਜੀ ਮੈਂਬਰੀ, ਇਹਦੇ ਬਾਰੇ ਇੱਕ ਤਾਂ ਜਿਹੜੇ ਜੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਮਮਤਾ ਬੈਨਰਜੀ ਹੋਰੀ, ਉਹਨਾਂ ਨੇ ਸਪੋਰਟ ਜਿਹੜੀ ਆ ਉਹ ਕੀਤੀ ਆ ਕਿ ਇਹ ਗਲਤ ਕੀਤਾ। ਤੇ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਾਸਤੇ ਪਿਛਲੇ ਦਿਨਾਂ ਤੋਂ ਇੱਕ ਆਰਟੀਕਲ ਲਿਖ ਕੇ ਮੁਸ਼ਕਲਾਂ ਖੜੀਆਂ ਕਰਨ ਵਾਲੇ ਯਸ਼ਵੰਤ ਸਿਨਹਾ ਤੇ ਬਾਗੀ ਸੁਰਾਂ ਵਾਲੇ ਸ਼ਤਰੂਘਨ ਸਿਨਹਾ, ਇਹ ਵੀ ਦੋਨੋਂ ਜਿਹੜੇ ਜੀ ਉਹ ਆਮ ਆਦਮੀ ਪਾਰਟੀ ਦੀ ਪਿੱਠ ਦੇ ਉੱਤੇ ਆ ਗਏ ਨੇ ਜੀ। ਯਸ਼ਵੰਤ ਸਿਨਹਾ ਜਿਹੜੇ ਨੇ ਜੀ, ਉਹਨਾਂ ਨੇ ਰਾਸ਼ਟਰਪਤੀ ਦੇ ਇਸ ਫੈਸਲੇ ਨੂੰ ਤੁਗਲਕਸ਼ਾਹੀ ਪ੍ਰਮਾਨ ਕਰਾਰ ਦਿੱਤਾ ਹੈ। ਦਿੱਲੀ ਦੀ ਸੱਤਾ ਦੇ ਉੱਤੇ ਕਾਬਜ਼ ਆਪ ਨੂੰ ਵੱਡਾ ਝਟਕਾ ਦਿੰਦੇ ਆ ਰਾਸ਼ਟਰਪਤੀ ਨੇ ਜਿਹੜਾ ਜੀ 20 ਵਿਧਾਇਕ ਇਹਨਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀਗਾ। ਜਿਹੜਾ ਜੀ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਜੀ ਕਿ ਸੰਵਿਧਾਨਕ ਅਧਿਕਾਰੀ ਕੇਂਦਰ ਸਰਕਾਰ ਦੇ ਦਾਸਾਂ ਵਾਂਗੂ ਕੰਮ ਜਿਹੜਾ ਜੀ ਉਹ ਕਰ ਰਹੇ ਨੇ। ਯਸ਼ਵੰਤ ਸਿਨਹਾ ਨੇ ਇਹਨੂੰ ਤਕਰੀਬਨ ਗਾਂਹ ਤੋਰਿਆ ਜੀ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਜੋ ਕਿਹਾ ਗਿਆ ਉਹਨੂੰ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰਾਸ਼ਟਰਪਤੀ ਦਾ ਹੁਕਮ ਪੂਰੀ ਤਰ੍ਹਾਂ ਕੁਦਰਤੀ ਨਿਆਂ ਦੇ ਉਲਟ ਹੈ, ਕੋਈ ਸੁਣਵਾਈ ਨਹੀਂ, ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਨਹੀਂ ਕੀਤਾ ਗਿਆ। ਕਿਹਾ ਕਿ ਇੱਕ ਤੁਗਲਕਸ਼ਾਹੀ ਫਰਮਾਨ ਰਾਸ਼ਟਰਪਤੀ ਨੇ ਜਾਰੀ ਕੀਤਾ। ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਬਦਲੇ ਵਾਲੀ ਸਿਆਸਤ ਜ਼ਿਆਦਾ ਸਮਾਂ ਨਹੀਂ ਚੱਲੂਗੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੈਰ ਵਾਲੀ ਜਾਂ ਨਿੱਜੀ ਹਿੱਤਾਂ ਵਾਲੀ ਸਿਆਸਤ ਜ਼ਿਆਦਾ ਦੇਰ ਨਹੀਂ ਚੱਲਦੀ। ਉਹਨੇ ਆਮ ਆਦਮੀ ਪਾਰਟੀ ਨੂੰ ਸੰਬੋਧਨ ਹੋ ਕੇ ਕਿਹਾ ਕਿ ਫਿਕਰ ਨਾ ਕਰੋ, ਖੁਸ਼ ਰਹੋ। ਉਹਨੇ ਕਿਹਾ ਉਮੀਦ ਤੇ ਦੁਆ ਹੈ ਕਿ ਤੁਹਾਨੂੰ ਛੇਤੀ ਕੁਦਰਤੀ ਇਨਸਾਫ ਜਿਹੜਾ ਜੀ ਉਹ ਮਿਲੂਗਾ। ਸ਼ਤਰੂਘਨ ਸਿਨਹਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਜੀ ਕਿ ਔਖੇ ਰਾਹਾਂ ਦੇ ਜਿਹੜੇ ਪਾਂਧੀ ਨੇ ਉਹੀ ਮੰਜ਼ਿਲਾਂ ਸਰ ਕਰਦੇ ਨੇ। ਇਹ ਦੋਨੋਂ ਆਗੂ ਜਿਹੜੇ ਜੀ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਵਜ਼ਾਰਤ ਦਾ ਹਿੱਸਾ ਹੁੰਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਰਕਾਰੀ ਨੀਤੀਆਂ ਦੇ ਖਿਲਾਫ ਸ਼ਰੇਆਮ ਜਿਹੜੀ ਹੈ ਜੀ ਉਹ ਆਪਣੀ ਨਾਰਾਜ਼ਗੀ ਅਕਸਰ ਜਿਹੜਾ ਜੀ ਉਹ ਜ਼ਾਹਰ ਕਰਦੇ ਰਹਿੰਦੇ ਨੇ। ਔਰ ਇਹਦੇ ਨਾਲ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਬੂਸਟ ਜਿਹੜਾ ਜੀ ਉਹ ਮਿਲੂਗਾ, ਪਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜਾ ਜੀ ਇਹਨਾਂ ਦੋਨਾਂ ਦੇ ਬਿਆਨਾਂ ਨੂੰ ਲੈ ਕੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਚਰਚਾ ਜ਼ਰੂਰ ਛਿੜਿਆ ਹੋਇਆ। ਔਰ ਜਿਹੜਾ IT ਵਿੰਗ ਆ ਭਾਰਤੀ ਜਨਤਾ ਪਾਰਟੀ ਦਾ, ਉਹ ਹਮਲਾਵਰ ਰੌਂ ਦੇ ਵਿੱਚ ਹੁਣ ਇਹਨਾਂ ਦੇ ਉੱਤੇ ਹਮਲੇ ਜਿਹੜੇ ਆ ਜੀ ਉਹ ਕਰ ਰਿਹਾ। ਬਿਲਕੁਲ ਜੀ, ਗੱਲ ਦਬਾਉਣ ਦੀ ਬਹੁਤ ਕੋਸ਼ਿਸ਼ ਕਰਦੇ। ਤੇ ਸਰੋਤੇ ਸਾਡਾ ਲਾਸਟ ਸਵਾਲ ਹੈ, ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਤੇ ਅੱਗੇ ਪਤਾ ਜੀ ਨਵੀਂ ਗੱਲ ਕਰਦੇ ਹਾਂ ਕਿ ਅਮੀਰੀ ਗਰੀਬੀ ਦਾ ਪਾੜਾ ਤਾਂ ਵੈਸੇ ਦਿਸਦਾ ਹੀ ਆ ਕਿ ਬਹੁਤ ਜ਼ਿਆਦਾ ਆ। ਤੇ ਇਸ ਪਾੜੇ ਨੂੰ ਇੱਕ ਨਵੇਂ ਅੰਕੜਿਆਂ ਨੇ ਸਾਹਮਣੇ ਕੀਤਾ ਆ ਕਿ ਬਹੁਤ ਘੱਟ ਲੋਕਾਂ ਕੋਲ ਸਾਰੀ ਪੂੰਜੀ ਆ ਭਾਰਤ ਦੀ। ਐਕਚੁਅਲੀ ਜੀ ਇਹ ਓਕਸਫੈਮ ਹੈ ਜੀ ਇੱਕ ਜਿਹੜੀ ਜਥੇਬੰਦੀ ਜਿਹਨੇ ਇਹ ਨਵੇਂ ਅੰਕੜੇ ਜਿਹੜੇ ਆ ਜੀ ਉਹ ਜਾਰੀ ਕੀਤੇ ਆ ਔਰ ਬੜੇ ਫਿਕਰਮੰਦੀ ਵਾਲੇ ਆ ਜੀ। ਫਿਕਰਮੰਦੀ ਵਾਲੇ ਕਿਉਂ ਆ ਤੇ ਗਰੀਬੀ ਤੇ ਅਮੀਰੀ ਦੇ ਵਿਚਾਲੇ ਜਿਹੜਾ ਪਾੜਾ ਇਹਨਾਂ ਦਾ ਜਿਹੜਾ ਜੀ ਸਮੁੰਦਰ ਪੱਟਿਆ ਜਾ ਰਿਹਾ ਹੈ, ਜਿਹੜਾ ਇਹ ਕਿਵੇਂ ਪੂਰਾ ਹੋਊਗਾ, ਇਹ ਬਹੁਤ ਵੱਡੇ ਜਿਹੜਾ ਜੀ ਉਹ ਸਵਾਲ ਹੈ। ਭਾਰਤ ਦੀ ਕੁੱਲ ਆਬਾਦੀ 1.3 ਅਰਬ ਹੈ ਔਰ ਇਸ ਵਿੱਚ ਅਮੀਰਾਂ ਦੀ ਗਿਣਤੀ ਮਹਿਜ਼ 1% ਹੈ। ਔਰ ਇਹ 1% ਜਿਹੜੇ ਲੋਕ ਨੇ 1% ਲੋਕ ਨੇ ਮੁਲਕ ਦੀ ਕੁੱਲ ਪੈਸਾ ਉਹਦਾ 73% ਸਾਂਭੀ ਬੈਠੇ ਨੇ। ਗਰੀਬ ਗੁਰਬੇ ਜਿਹੜੇ ਨੇ ਜੀ ਉਹ ਅੱਧੇ ਨਾਲੋਂ ਵੱਧ ਭਾਰਤੀ ਲਗਭਗ 67 ਕਰੋੜ ਲੋਕਾਂ ਦੀ ਜਿਹੜਾ ਪੈਸਾ ਆ ਉਹਦੇ ਵਿੱਚ 1% ਵਾਧਾ ਹੋਇਆ। ਔਰ ਇਹ ਆਕਸਫੈਮ ਜਿਹੜਾ ਜੀ ਉਹਦੇ ਵੱਲੋਂ ਜਾਰੀ ਕੀਤੇ ਗਏ ਅੰਕੜੇ ਨੇ ਕਿ ਆਰਥਿਕ ਵਿਕਾਸ ਦਾ ਲਾਹਾ ਚੰਦ ਮੁੱਠੀ ਭਰ ਲੋਕਾਂ ਦੇ ਹੱਥ ਜਾਣਾ ਇੱਕ ਬਹੁਤ ਫਿਕਰਮੰਦੀ ਆ। ਅਰਬਪਤੀਆਂ ਦੀ ਪੂੰਜੀ ਦਾ ਲਗਾਤਾਰ ਤਾਂ ਨੂੰ ਚੜ੍ਹਨਾ ਇਹ ਜਿਹੜਾ ਜੀ ਅਰਥਚਾਰੇ ਦੇ ਵਾਸਤੇ ਨਹੀਂ ਬਲਕਿ ਆਰਥਿਕ ਪ੍ਰਬੰਧ ਜਿਹੜੇ ਨੇ ਜੀ ਉਹਦੇ ਢਹਿੰਦੀਆਂ ਕਲਾਂ ਦੇ ਵਿੱਚ ਜਾਣ ਦੇ ਵੱਲ ਨੂੰ ਸਿੱਧਾ ਇਸ਼ਾਰਾ ਜਿਹੜਾ ਜੀ ਉਹ ਕਰ ਰਹੇ ਆ। ਰਿਵਾਰਡ ਵਰਕ ਨਾਟ ਵੈਲਥ ਨਾਂ ਦੀ ਇਹ ਰਿਪੋਰਟ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਜਿਹੜੇ ਮਿਹਨਤ ਕਰਨ ਵਾਲੇ ਲੋਕ ਨੇ ਉਹ ਬੁਨਿਆਦੀ ਢਾਂਚੇ ਦੀ ਉਸਾਰੀ 'ਚ ਯੋਗਦਾਨ ਪਾਉਣ ਵਾਲੇ, ਫੈਕਟਰੀਆਂ 'ਚ ਕੰਮ ਕਰਦੇ ਲੋਕਾਂ ਕੋਲੇ ਆਪਣੇ ਨਿਆਣਿਆਂ ਨੂੰ ਪੜ੍ਹਾਉਣ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੀ ਦਵਾਈਆਂ ਤੇ 2 ਟਾਈਮ ਦੀ ਰੋਟੀ ਦਾ ਜੁਗਾੜ ਕਰਨ ਜੋਗੇ ਵੀ ਪੈਸੇ ਹੈ ਨੀ ਗੇ। ਅਮੀਰ ਤੇ ਗਰੀਬ ਦੇ ਵਿੱਚ ਵਾਧਾ ਜਿਹੜਾ ਪਾੜਾ ਹੈ ਜੀ ਉਹ ਜਮਹੂਰੀਅਤ ਨੂੰ ਜਿਹੜਾ ਜੀ ਉਹ ਮਜ਼ਾਕ ਕਰ ਰਿਹਾ। ਉੱਥੇ ਭ੍ਰਿਸ਼ਟਾਚਾਰ ਤੇ ਪੂੰਜੀਵਾਦ ਜਿਹੜਾ ਜੀ ਉਹਨੂੰ ਵਧਾ ਰਿਹਾ। ਰਿਪੋਰਟ ਕਹਿੰਦੀ ਹੈ ਕਿ 1 ਸਾਲ ਦੇ ਵਿੱਚ 33% ਜਿਹੜੇ ਇਹ ਧਨਾਢ ਲੋਕ ਨੇ
ਇਹਨਾਂ ਨੂੰ ਇਹ ਜਿਹੜੇ ਪੈਸਾ ਹੈ ਜੀ ਉਹ ਵਿਰਸੇ ਦੇ ਵਿੱਚ ਜਿਹੜਾ ਮਿਲਿਆ, ਭਾਵ ਕਿ ਉਹਨਾਂ ਦੇ ਮਾਂ ਪਿਓ ਤੋਂ ਆਇਆ। ਕੁੱਲ 101 ਅਰਬਪਤੀਆਂ ਦੇ ਵਿੱਚੋਂ 51 ਏਦਾਂ ਦੇ ਆ ਜੀ ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਹਦੇ ਤੋਂ ਵੱਧ ਹੈ। ਇਹ ਵੀ ਕਿਹਾ ਗਿਆ ਕਿ ਇਹ ਜਿਹੜੇ ਧਨਾੜ ਨੇ ਅਗਲੇ 20 ਸਾਲਾਂ 'ਚ ਘੱਟੋ ਘੱਟ 10,000 ਅਰਬ ਰੁਪਈਆ ਅੱਗੇ ਵਾਰਸਾਂ ਨੂੰ ਜਿਹੜਾ ਜੀ ਉਹ ਦਿੱਤਾ ਜਾ ਸਕਦਾ। ਇਹਦੇ 'ਚ ਇੱਕ ਗੱਲ ਦਾ ਜਿਹੜਾ ਇਸ਼ਾਰਾ ਕੀਤਾ ਗਿਆ ਰਿਪੋਰਟ ਦੇ ਵਿੱਚ ਭਾਰਤ ਦੇ ਵਾਸਤੇ ਕਿ ਜੇ ਇਸ ਰਕਮ ਦੇ ਉੱਤੇ ਜਾਇਦਾਦ ਟੈਕਸ ਲਾ ਦਿੱਤਾ ਜਾਵੇ ਤਾਂ ਸਰਕਾਰ ਨੂੰ 3176 ਅਰਬ ਰੁਪਏ ਦੀ ਕਮਾਈ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਪਰ ਸਵਾਲ ਇਹ ਆ ਕਿ ਜਿਹੜੀ ਸਰਕਾਰ ਇਹਨਾਂ ਧਨਾਡਾਂ ਦੇ ਆਸਰੇ ਉੱਡੀ ਫਿਰਦੀ ਆ ਉਹ ਉਹਨਾਂ ਦੇ ਉੱਤੇ ਟੈਕਸ ਲਾ ਕੇ ਗਰੀਬਾਂ ਦੇ ਵਾਸਤੇ ਜਿਹੜਾ ਜੀ ਕਿਵੇਂ ਸੁਣਵਾਈ ਕਰੂਗੀ? ਇਹ ਪੋਸੀਬਲ ਜਿਹੜਾ ਜੀ ਉਹ ਨਹੀਂ ਹੈ। ਆਈ ਥਿੰਕ ਕਿਤੇ ਨਾ ਕਿਤੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਵੀ ਉਹਦੇ ਵਾਸਤੇ ਵੀ ਇੱਕ ਬਹੁਤ ਵੱਡੀ ਮੁਸੀਬਤ ਜਿਹੜਾ ਜੀ ਇਹ ਬਣ ਸਕਦਾ ਹੈ। ਅਮੀਰ ਤੇ ਗਰੀਬ ਵਿਚਲਾ ਜਿਹੜਾ ਜੀ ਇਹ ਪਾੜਾ, ਕਿਉਂਕਿ ਗਰੀਬੀ ਜਿਸ ਤਰੀਕੇ ਦੇ ਨਾਲ ਜਿਸ ਦਰ ਦੇ ਨਾਲ ਜਿਹੜੀ ਹੈ ਜੀ ਉਹ ਵੱਧ ਰਹੀ ਆ ਉਹ ਫਿਰ ਜਿਹੜਾ ਲੁੱਟਾਂ ਖੋਹਾਂ ਵੱਲ ਨੂੰ ਹੀ ਤੁਰੂਗਾ। ਇਸੇ ਕਰਕੇ ਜਿਹੜੇ ਸਨੇਚਰ ਨੇ, ਚੇਨੀਆਂ ਖੋਹਣ ਵਾਲੇ, ਬਟੂਏ ਖੋਹਣ ਵਾਲੇ ਜਾਂ ਚੋਰੀਆਂ ਜਿਹੜੇ ਕਰਨ ਵਾਲੇ, ਉਹਨਾਂ ਦੀ ਗਿਣਤੀ ਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ। ਬਿਲਕੁਲ ਜੀ, ਸਰਕਾਰ ਕਿਉਂ ਇਸ ਤਰ੍ਹਾਂ ਕਰੂਗੀ? ਉਹਨਾਂ ਦੇ ਤਾਂ ਢਿੱਡ ਆਪਣੇ ਬਹੁਤ ਵੱਡੇ ਹੁੰਦੇ ਆ। ਤੇ ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਜੀ, ਤੇ ਬ੍ਰੇਕ ਤੋਂ ਬਾਅਦ ਆਵਾਂਗੇ ਵਾਪਸ। ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਖੁਸ਼ੀਆਂ ਦੇਵੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਆ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਬਲਤੇਜ ਪੰਨੂ ਹੋਰਾਂ ਨੂੰ ਸਿੱਧਾ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰ ਸਕਦੇ ਹੋ। ਤੇ ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਹਾਂਜੀ, ਤੇ ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਹੁਣ ਇਹਨੂੰ ਸੁਖਬੀਰ ਬਾਦਲ ਨੂੰ ਨੀਲੀਆਂ ਤੇ ਪੀਲੀਆਂ ਪੱਗਾਂ ਦੀ ਬੜੀ ਯਾਦ ਆਈ ਆ। ਇੱਥੇ ਮੈਂ ਪੜ੍ਹਦਾ ਅਖਬਾਰ 'ਚ ਲਿਖਿਆ ਵੀ ਕੋਈ ਕਾਲੀ ਨੀਲੀ ਪੱਗ ਤੇ ਪੀਲੀ ਤੋਂ ਬਿਨਾਂ ਨਹੀਂ ਬੰਨੂਗਾ, ਦਾੜੀ ਨਹੀਂ ਕੱਟੂਗਾ ਕੋਈ ਵੀ। ਤੇ ਜਦੋਂ ਇਹ ਕਹਿੰਦਾ ਪੰਜਾਬੀ ਪਾਰਟੀ ਬਣਾਤੀ ਹੈ, ਜਥੇਦਾਰ ਲਿਆਉਂਦਾ ਸੀ ਜੋਗਿੰਦਰ ਜੈਨ ਵਰਗੇ, ਆਪਣੇ ਹੋਰ ਜਿਹੜੇ ਹੰਸਰਾਜ ਵਰਗੇ, ਟੀਨੂ ਬਾਬੂ ਵਰਗੇ, ਤੇ ਹੁਣ ਇਹਨੂੰ ਯਾਦ ਬੜੀ ਆਈ ਆ ਅਕਾਲੀਆਂ ਦੀ। ਇਹਦਾ ਕੀ ਚੱਕਰ ਹੈ? ਤੇ ਬਾਪੂ ਆਪਣੇ ਨੂੰ ਉਠਾਵੇ, ਉਹ ਤਾਂ ਜਿੱਦਣ ਦਾ ਜੰਮਿਆ ਕਾਲੀ ਪੱਗ ਬੰਨ੍ਹਦਾ ਆ। ਦੂਜਾ ਜੀ, ਮਨਪ੍ਰੀਤ ਨੂੰ ਪੁੱਛੋ ਵੀ ਆਪਣੀਆਂ ਮੋਟਰਾਂ ਦਾ ਬਿੱਲ ਤਾਂ ਛੱਡ ਦੇਵੇ। ਖੈਰੇ ਨੇ ਛੱਡਤਾ ਸੀ, ਇਹ ਇਹਨਾਂ ਦਾ ਕਰ ਨਹੀਂ ਸਕਦਾ, ਜੱਟਾਂ ਤੇ ਟੈਕਸ ਲਾਉਣ ਨੂੰ ਫਿਰਦਾ। ਇਹਦੇ ਬਾਰੇ ਦੱਸੋ। ਥੈਂਕ ਯੂ ਜੀ। ਦੇਖੋ, ਇਹ ਹੁਣ ਪਤਾ ਨਹੀਂ ਕੌਣ ਜਿਹੜੇ ਜੀ ਉਹ ਸਲਾਹਕਾਰ ਨੇ, ਕਿਉਂਕਿ ਇੰਨਾ ਜ਼ਰੂਰ ਰਿਹਾ ਨਾ ਪਿਛਲਾ ਜੇ ਆਪਾਂ ਇਤਿਹਾਸ ਵੇਖੀਏ, ਜਦੋਂ ਅਕਾਲੀ ਦਲ ਸੱਤਾਹੀਣ ਹੋਇਆ, ਜਦੋਂ ਸੱਤਾ ਤੋਂ ਬਾਹਰ ਹੋਇਆ, ਤਾਂ ਉਹਨੂੰ ਪੰਥਕ ਮੁੱਦੇ ਜਿਹੜੇ ਆ ਜੀ ਉਹ ਅਕਸਰ ਚੇਤੇ ਆਉਂਦੇ ਆ। ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਉਂ ਲੱਗਦਾ ਹੈ ਕਿ ਜਿਹੜਾ ਉਹ ਸਿਆਸੀ ਜੜ੍ਹਾਂ ਜਿਹੜੀਆਂ ਉਹ ਲੱਭਣ ਦੇ ਵਾਸਤੇ ਉਹਨਾਂ ਨੂੰ ਇਹ ਪੰਥਕ ਮੁੱਦਿਆਂ ਵੱਲ ਨੂੰ ਮੁੜਨਾ ਪਊਗਾ, ਜਿਹਦੇ ਕਰਕੇ ਉਹਨਾਂ ਨੂੰ ਸਿੱਖਾਂ ਦੀ ਇੱਕ ਅੱਡਰੀ ਕੌਮ ਦੀ ਗੱਲ, ਵਿਲੱਖਣ ਜਿਹੜੀ ਜੀ ਉਹ ਪਛਾਣ ਦੀ ਗੱਲ ਵੀ ਚੇਤੇ ਜਿਹੜੀ ਆ ਜੀ ਉਹ ਆ ਰਹੀ ਹੈ। ਇਸੇ ਕਰਕੇ ਜਿਹੜੇ ਜੀ ਉਹ ਮੁੱਦੇ ਉਹਨਾਂ ਦੇ ਵੱਲੋਂ ਉਠਾਏ ਜਾ ਰਹੇ ਨੇ ਹੁਣ, ਕਿਉਂਕਿ ਪੰਥਕ ਸਫਾ ਦੇ ਵਿੱਚ ਜਿਹੜੀ ਉਹਦਾ ਵੋਟ ਬੈਂਕ ਸੀਗਾ ਉਹਨੂੰ ਖੋਰਾ ਲੱਗ ਗਿਆ ਬਹੁਤ ਵੱਡਾ। ਕਿਸਾਨੀ ਵੋਟ ਬੈਂਕ ਜਿਹੜਾ ਜੀ ਉਹਨੂੰ ਖੋਰਾ ਲੱਗਿਆ। ਉਹ ਹੁਣ ਭਾਲ ਦੇ ਵਿੱਚ ਹੈ ਕਿ ਕੋਈ ਉਹਨੂੰ ਪੰਥਕ ਮੁੱਦਾ ਜਿਹੜਾ ਉਹ ਲੱਭੇ ਜਿਹਨੂੰ ਆਧਾਰ ਬਣਾ ਕੇ ਉਹ ਜਿਹੜਾ ਜੀ ਅੱਗੇ ਵੱਧ ਸਕੇ, ਕਿਉਂਕਿ ਜਿੰਨੇ ਕੁ ਪ੍ਰੋਗਰਾਮ ਉਹਨੇ ਪਿਛਲੇ ਦਿਨਾਂ ਦੇ ਦੌਰਾਨ ਦਿੱਤੇ ਆ ਉਹ ਤੁਸੀਂ ਕਹਿ ਲਓ ਕਿ ਫਲੋਪ ਹੋਏ ਆ। ਉਹ ਫਲੋਪ ਹੋਣ ਦੇ ਕਾਰਨ ਜਿਹੜੇ ਇਹ ਆ ਕਿ ਲੋਕਾਂ ਦੀ ਹਮਾਇਤ ਉਹਨੂੰ ਮਿਲ ਨਹੀਂ ਰਹੀ ਜੀ, ਤਾਂ ਕਰਕੇ ਉਹ ਇਹ ਮੁੱਦੇ ਬਾਰ-ਬਾਰ ਉਠਾ ਰਹੇ ਆ। ਜਿਹੜੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਵਾਲੀ ਤੁਸੀਂ ਗੱਲ ਜਿਹੜੀ ਹੈ ਜੀ ਕੀਤੀ ਆ, ਬਿਲਕੁਲ ਮੇਰਾ ਖਿਆਲ ਉਹ ਇਹ ਕਹਿੰਦੇ ਕਿ ਮੈਂ 0.5% ਆਪਣੇ ਸਾਰੇ ਉੱਤੇ ਜਿਹੜਾ ਜੀ ਆਹ ਲਓ ਜਮ੍ਹਾਂ ਕਰਾ ਰਿਹਾ ਸਰਕਾਰੀ ਖਜ਼ਾਨੇ 'ਚ, ਤੇ ਬਾਕੀਆਂ ਦੇ ਉੱਤੇ ਵੀ ਲਾਓ, ਫੇਰ ਗੱਲ ਜਿਹੜੀ ਉਹ ਬਣਦੀ ਸੀ। ਬਿਲਕੁਲ ਜੀ, ਆਪਣਾ ਤਾਂ ਕੋਈ ਵੀ ਛੱਡਣ ਨੂੰ ਤਿਆਰ ਨਹੀਂ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੱਸੀ ਗਿੱਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਸਿਰਫ ਇਹ ਪਤਾ ਕਰਨਾ ਜੀ ਆਪਣੀ ਆਮ ਆਦਮੀ ਪਾਰਟੀ ਦਾ ਲੁਧਿਆਣੇ ਦੇ ਵਿੱਚ ਤੇ ਭੈਣ ਭਰਾਵਾਂ ਦਾ ਕੀ ਹਾਲ ਆ? ਥੈਂਕ ਯੂ ਜੀ। ਕੋਈ ਹਾਲ ਜਿਹੜਾ ਇਹ ਨਿਗਮ ਚੋਣਾਂ ਜਿਹੜੀਆਂ, ਜੇ ਤੁਸੀਂ ਉਸ ਪੁਆਇੰਟ ਆਫ ਵਿਊ ਤੋਂ ਪੁੱਛ ਰਹੇ ਹੋ ਤਾਂ ਉਹ ਤਾਂ ਜਿਹੜਾ ਦੀ ਆਉਂਦੇ ਦਿਨਾਂ ਦੇ ਦੌਰਾਨ ਸਾਹਮਣੇ ਆ ਜਾਣਾ। ਜਿਹੜਾ ਇਹ ਗੱਠਜੋੜ ਦੇ ਤਹਿਤ ਹੀ ਇਹ ਲੜ ਰਹੇ ਆ ਜੀ, ਕਿਉਂਕਿ ਇਹਨਾਂ ਦਾ ਵਿਧਾਨ ਸਭਾ ਚੋਣਾਂ ਦੇ ਦੌਰਾਨ ਵੀ ਗੱਠਜੋੜ ਸੀਗਾ ਲੋਕ ਇਨਸਾਫ ਪਾਰਟੀ। ਮੇਰਾ ਖਿਆਲ ਜੇ ਕਾਂਗਰਸ ਨੂੰ ਕਿਤੋਂ ਜਿਹੜਾ ਜੀ ਉਹ ਟੱਕਰ ਮਿਲ ਸਕਦੀ ਆ ਸ਼ਾਇਦ ਲੁਧਿਆਣੇ ਦੇ ਵਿੱਚੋਂ ਆ ਜੀ। ਜੇ ਜਿਹੜੇ ਤਰੀਕੇ ਦੇ ਨਾਲ ਨਿਗਮ ਬਾਕੀ ਜਗ੍ਹਾ ਦੇ ਉੱਤੇ ਜਿਹੜੀਆਂ ਜੀ ਉਹ ਚੋਣਾਂ ਜਿੱਤੀਆਂ ਨੇ,
ਜੇ ਉਹ ਤਰੀਕਾ ਨਹੀਂ ਅਪਣਾਇਆ ਜਾਂਦਾ ਤਾਂ ਇਹ ਵੇਖਣ ਵਾਲਾ ਜਿਹੜਾ ਜੀ ਹੋਊਗਾ। ਜੇ ਤੁਸੀਂ ਇਸ ਪੁਆਇੰਟ ਤੋਂ ਪੁੱਛ ਰਹੇ ਹੋ ਤਾਂ ਆਉਂਦੇ ਦਿਨਾਂ ਦੇ ਦੌਰਾਨ ਇਹ ਸਰਗਰਮੀਆਂ ਜਿਹੜੀਆਂ ਜੀ ਉਹ ਕਾਫੀ ਵੇਖਣ ਨੂੰ ਮਿਲਣਗੀਆਂ, ਖਾਸ ਤੌਰ ਦੇ ਉੱਤੇ ਫਰਵਰੀ ਦੇ ਪਹਿਲੇ ਹਫ਼ਤੇ। ਹਾਂਜੀ ਜੀ, ਸਾਡੇ ਨਾਲ ਜੁੜੇ ਨੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਸੀ, ਜਿਹੜਾ ਆਪਾਂ ਕਹਿੰਦੇ ਇੱਕ ਵੀ ਬੈਲਟ ਹੁਣ ਕਿਤੇ ਥੋੜੇ ਜਿਹੇ ਬੰਦਿਆਂ ਕੋਲੇ ਵੀ ਉਹ ਜਮਾ ਹੋ ਜਾਂਦਾ, ਰਾਈਟ, ਵੀ ਇਹਦਾ ਕਿੰਨਾ ਕੰਪੈਕਟ ਪੈਂਦਾ? ਜਿਹੜੇ ਉਹ ਬੈਲਟ ਹੈਗਾ ਉਹ ਇਨਵੈਸਟ ਕਰਦੇ ਉਹ ਜਿਹੜੀ ਦੇਸ਼ ਦੀ ਇਕਨੋਮੀ ਵਿੱਚ ਹੀ ਸਰਕੂਲੇਟ ਹੁੰਦਾ, ਉਹਦਾ ਫਿਰ ਕਿੰਨਾ ਕਿਉਂ ਇੰਨਾ ਅਸਰ ਪੈਂਦਾ ਜਾਂ ਕਿੰਨਾ ਕੁ ਅਸਰ ਪੈਂਦਾ ਵੀ ਜਿੱਦਾਂ ਹੁਣ ਆਪਾਂ ਵੀ ਇਹ ਗੇਮਿਕ ਹੈਗਾ ਜਾਂ ਕੋਈ ਇਹਦਾ ਰੀਜ਼ਨ ਹੈਗਾ ਵੀ ਇਨਫ ਵੈਲਥ ਨਹੀਂ ਹੈਗਾ ਦੇਸ਼ ਦੇ ਕੋਲੇ, ਜਾਂ ਉਹ ਰੀਜ਼ਨ ਹੈਗਾ ਵੀ ਕੁਛ ਲੋਕਾਂ ਦੇ ਹੱਥ 'ਚ ਵੈਲਥ ਆ ਜਾਂਦਾ ਤਾਂ ਪਾਵਰਟੀ ਉਹ ਲੋਕਾਂ 'ਚ ਫੈਲਦੀ ਹੈਗੀ। ਵੀ ਇਹ ਸਰਕੂਲਰ ਜਦੋਂ ਹੁੰਦਾ ਜਿਹਦਾ ਕੋਈ ਇਨਵੈਸਟ ਜਾ ਕੇ ਆਪਣੇ ਸਵਿਸ ਬੈਂਕਾਂ 'ਚ ਕੋਈ ਪਾ ਆਉਂਦਾ, ਚਲੋ ਉਹਦਾ ਤਾਂ ਆਪਾਂ ਕਹਿ ਸਕਦੇ ਵੀ ਉਹ ਲੋਕਾਂ 'ਚੋਂ ਪੈਸਾ ਨਿਕਲ ਜਾਂਦਾ, ਵੀ ਇਹਦਾ ਕਿੰਨਾ ਕੁ ਇੰਪੈਕਟ ਪੈਂਦਾ। ਬਾਕੀ ਜਿਹੜਾ ਆਪਣੇ ਲੱਖਾਂ ਸਿਧਾਣਾਂ ਦੀ ਕਈ ਵਾਰੀ ਹੋਰ ਵੀ ਜਿਹੜੇ ਇਹੋ ਜਿਹੇ ਬੰਦੇ ਹੈਗੇ ਆ ਜਿਹਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਉਹ ਜੁੜੇ ਹੁੰਦੇ, ਫਿਰ ਕਹਿੰਦੇ ਜੀ ਇਹ ਗੁੰਡਾਗਰਦੀ ਆ। ਜੇ ਉਹ ਅਗੇਂਸਟ ਉਹਨਾਂ ਦੇ ਹੋ ਜਾਂਦੇ ਫਿਰ ਉਹ ਕਹਿੰਦੇ ਇਹ ਸਮਾਜ ਸੇਵਕ ਹੈ। ਇਹ ਕਿੰਨਾ ਕੁ ਫਰਕ ਪੈਂਦਾ ਨਾ ਓਵਰਨਾਈਟ ਵੀ ਇਹਨਾਂ ਲੋਕਾਂ ਦਾ, ਜਾਂ ਇਹ ਵੀ ਇਹ ਪੋਲੀਟੀਕਲ ਹੈਗਾ? ਮੈਂ ਇਹੀ ਪੁੱਛਣਾ ਚਾਹੁੰਦਾ। ਦੇਖੋ, ਜਿਹੜਾ ਜਿੱਥੇ ਤੱਕ ਲੱਖਾਂ ਸਿਧਾਣੇ ਦੀ ਗੱਲ ਹੈ ਜੀ, ਉਹਦਾ ਇਹ ਪੁਆਇੰਟ ਤਾਂ ਵੇਖਣ ਵਾਲਾ ਹੈ ਨਾ ਕਿ ਉਹ ਗੈਂਗਸਟਰ ਉਹਦੇ ਨਾਲ ਲਫ਼ਜ਼ ਕਿਹਨੇ ਜੋੜਿਆ। ਸਿਆਸਤਦਾਨ ਹੀ ਬਣਾਉਂਦੇ ਨੇ ਨਾ ਇੱਦਾਂ ਦੇ ਜਿਹੜੇ ਗੈਂਗਸਟਰ, ਕੋਈ ਮਾਂ ਦੇ ਢਿੱਡ 'ਚੋਂ ਗੈਂਗਸਟਰ ਬਣ ਕੇ ਥੋੜ੍ਹੀ ਨਿਕਲਦਾ, ਹਾਲਾਤ ਨੇ ਜਿਹੜੇ ਉਹਨੂੰ ਉਹੋ ਜਿਹਾ ਬਣਾ ਦਿੰਦੇ ਨੇ। ਜਿਹੜੇ ਗੈਂਗਸਟਰ ਇੰਨੇ ਕਿੱਥੋਂ ਨਿਕਲ ਆਏ ਪਿਛਲੇ ਸਾਲਾਂ ਦੇ ਦੌਰਾਨ? ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਇਹ ਪੈਦਾ ਕੀਤੇ ਆ, ਕਿਸੇ ਨਾ ਕਿਸੇ ਦੇ ਪਿੱਛੇ ਉਹ ਹੈ ਜੀ, ਉਹਨਾਂ ਤੋਂ ਉਹ ਕੰਮ ਲੈਂਦੇ ਆ, ਤਾਂ ਕਰਕੇ ਉਹ ਜਿਹੜਾ ਜੀ ਉਹਦੇ ਪਿੱਛੇ ਵੀ ਸਿਆਸਤ ਹੀ ਹੈ। ਜਦੋਂ ਤਾਂ ਜਿਹੜਾ ਵਿਅਕਤੀ ਜਿਹੜਾ ਸਾਬਕਾ ਮੰਤਰੀ ਨੇ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਬਾਰੇ ਉਹ ਕਹਿੰਦਾ ਕਿ ਮੈਨੂੰ ਉਹਨਾਂ ਨੇ ਬਣਾਇਆ ਜੀ, ਜਦੋਂ ਉਹਨਾਂ ਨੂੰ ਪੁੱਛਦੇ ਉਹ ਕਹਿੰਦੇ ਉਹਦੀ ਗੱਲ ਸੁਣਨ ਦੀ ਕੀ ਲੋੜ ਆ, ਉਹ ਤਾਂ ਗੈਂਗਸਟਰ ਆ। ਜਿੰਨੀ ਦੇਰ ਤੱਕ ਤਾਂ ਉਹ ਵਰਤਦੇ ਰਹੇ ਉਨੀ ਦੇਰ ਤੱਕ ਤਾਂ ਉਹ ਉਹਨਾਂ ਦਾ ਬੰਦਾ ਸੀਗਾ, ਮੁੜ ਕੇ ਉਹਦੇ ਉੱਤੇ ਜਿਹੜਾ ਜੀ ਉਹ ਗੈਂਗਸਟਰ ਦਾ ਠੱਪਾ ਲਾ ਦਿੱਤਾ। ਮੈਂ ਨਹੀਂ ਕਹਿੰਦਾ ਕਿ ਲੱਖਾਂ ਸਿਧਾਣਾ ਜਿਹੜਾ ਜੀ ਉਹ ਦੁੱਧ ਧੋਤਾ ਹੋਊਗਾ, ਪਰ ਫਿਰ ਵੀ ਉਹਦੀ ਜੇ ਤੁਸੀਂ ਕਹਾਣੀ ਜਿਹੜੀ ਹੈ ਜੀ ਸੁਣੋ ਤਾਂ ਹਾਲਾਤਾਂ ਦੇ ਮਾਰੇ ਹੋਏ ਇਹ ਇੱਕ ਨੌਜਵਾਨ ਨੇ। ਜੇ ਉਹ ਕੋਈ ਚੰਗੀ ਗੱਲ ਜਾਂ ਸਿੱਧੀ ਗੱਲ ਕਰ ਰਿਹਾ ਤੇ ਨਥਿੰਗ ਰੋਂਗ ਜੀ, ਉਹਨੂੰ ਐਪਰੀਸ਼ੀਏਟ ਵੀ ਕੀਤਾ ਜਾਣਾ ਚਾਹੀਦਾ। ਜੇ ਕੋਈ ਬੰਦਾ ਕਿਸੇ ਟਾਈਮ ਦੇ ਉੱਤੇ ਇੱਦਾਂ ਦੇ ਕੰਮਾਂ 'ਚ ਪੈ ਗਿਆ, ਜੇ ਉਹ ਮੁੜਨਾ ਚਾਹੁੰਦਾ ਤਾਂ ਕੀ ਉਹਦੀ ਘਰ ਵਾਪਸੀ ਨਹੀਂ ਹੋਣੀ ਚਾਹੀਦੀ ਜੀ? ਬਿਲਕੁਲ ਹੋਣੀ ਚਾਹੀਦੀ ਹੈ। ਜੇ ਉਹ ਸੁਧਰਨਾ ਚਾਹੁੰਦਾ ਤੇ ਉਹਨੂੰ ਸੁਸਾਇਟੀ ਜਿਹੜੀ ਹੈ ਜੀ ਉਹ ਸੁਧਾਰੇ। ਮੈਂ ਸਮਝਦਾ ਇੱਥੇ ਮੀਡੀਆ ਦੀ ਰਿਸਪੌਂਸਿਬਿਲਿਟੀ ਵੀ ਹੈ। ਜੇ ਉਹ ਲੱਖਾਂ ਸਿਧਾਣਾ ਪੰਜਾਬੀ ਬੋਲੀ ਦੀ ਗੱਲ ਕਰਦਾ ਜਾਂ ਜਿਹੜੀ ਬਾਕੀ ਜੇਲ੍ਹਾਂ ਦੇ ਨਸ਼ੇ ਵਾਲੀ ਜਿਹੜੀ ਉਹ ਗੱਲ ਕਰਦਾ, ਤੇ ਅਖਬਾਰਾਂ ਜਿਹੜੀਆਂ ਉਹ ਲਿਖ ਦਿੰਦੀਆਂ ਸਾਬਕਾ ਗੈਂਗਸਟਰ, ਕੀ ਉਹ ਲਿਖਣਾ ਜ਼ਰੂਰੀ ਹੈ ਜੀ ਨਾਲ ਉਹਦੇ? ਕਿ ਉਹ ਕਿਉਂ ਠੱਪਾ ਉਹਦੇ ਉੱਤੇ ਜਿਹੜਾ ਜੀ ਉਹ ਲੱਗਿਆ ਰਹੇ, ਜਦੋਂ ਕਿ ਉਹ ਇਹੋ ਜਿਹੀ ਕਿਸੇ ਸਰਗਰਮੀ ਦੇ ਵਿੱਚ ਇਸ ਵੇਲੇ ਜਿਹੜਾ ਉਹ ਸ਼ਾਮਿਲ ਨੀਗਾ। ਦੂਜੀ ਗੱਲ, ਜਿਹੜਾ ਦੂਸਰਾ ਤੁਸੀਂ ਸਵਾਲ ਪੁੱਛ ਰਹੇ ਹੋ, ਉਹ ਇਹ ਆ ਕਿ ਜਿਹੜੇ ਇਹ ਧਨਾੜ ਲੋਕ ਨੇ ਉਹਨਾਂ ਨੂੰ ਹੀ ਸਾਰਾ ਕੁਝ ਜਿਹੜਾ ਜੀ ਹਰ ਚੀਜ਼ ਦੀ ਪਰਮਿਸ਼ਨ ਜਿਹੜੀ ਉਹ ਮਿਲੀ ਜਾਣੀ। ਜਿਹੜੇ ਵੱਡੇ ਲੋਕ ਨੇ, ਚਾਹੇ ਉਹਦੇ ਵਿੱਚ ਰਿਲਾਇੰਸ ਹੈ, ਚਾਹੇ ਉਹਦੇ ਵਿੱਚ ਅਦਾਨੀ ਜਿਹੜੇ ਆ ਜੀ ਉਹ ਆ ਜਾਂਦੇ ਆ, ਛੋਟਿਆਂ ਨੂੰ ਮਿਲ ਹੀ ਕੁਛ ਨਹੀਂ ਰਿਹਾ ਜੀ। ਹਰੇਕ ਚੀਜ਼ ਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਹੋ ਗਿਆ। ਜੇ ਸਬਜ਼ੀਆਂ ਵੇਚਣੀਆਂ ਤਾਂ ਉਹ ਇਹ ਵੇਚਣਗੇ ਜੀ, ਜੇ ਦਾਲਾਂ ਵੇਚਣੀਆਂ ਤੇ ਤਾਂ ਇਹ ਵੇਚਣਗੇ, ਜੇ ਸੈੱਲਫੋਨ ਹੈ ਤੇ ਤਾਂ ਇਹਨਾਂ ਦਾ ਹੋਊਗਾ, ਜੇ ਨੈਟ ਹੈ ਤੇ ਤਾਂ ਇਹਨਾਂ ਦਾ ਹੋਊਗਾ। ਮੈਂ ਤਾਂ ਕਈ ਵਾਰੀ ਜਿਹੜਾ ਜੀ ਉਹ ਸਟਾਇਰ ਦੇ ਰੂਪ 'ਚ ਕਹਿੰਦਾ ਕਿ ਤੁਹਾਨੂੰ ਛੇਤੀ ਜਿਹੜਾ ਜੀ ਉਹ ਰਿਲਾਇੰਸ ਗੋਲ ਗੱਪਾ ਤੇ ਅਦਾਨੀ ਪਾਪੜੀ ਜਿਹੜੀ ਹੈ ਜੀ ਉਹ ਵੀ ਵੇਖਣ ਨੂੰ ਸੁਣਨ ਨੂੰ ਮਿਲੂਗੀ। ਭਾਵ ਕਿ ਕੋਈ ਜਿਹੜਾ ਕੰਮ ਹੈ ਕਿਸੇ ਨੂੰ ਦੂਜੇ ਨੂੰ ਕਰਨ ਨਹੀਂ ਦੇਣਾ। ਜਿਹੜੀ FDI ਵੀ ਆਈ ਆ, ਇਹਦੇ ਉੱਤੇ ਫਿਕਰਮੰਦੀ ਕਿਉਂ ਆ ਜੀ? ਫਿਕਰਮੰਦੀ ਇਸ ਕਰਕੇ ਆ ਕਿ ਜਿਹੜਾ ਛੋਟੇ ਆ ਉਹ ਹੋਰ ਮਰ ਜਾਣਗੇ ਜੀ, ਉਹ ਵੱਡੇ ਜਿਹੜੇ ਨੇ ਉਹਨਾਂ ਨੂੰ ਨਿਗਲ ਜਾਣਗੇ। ਉਹ ਜਿਹੜਾ ਛੋਟੀ ਦੁਕਾਨ ਪਾ ਕੇ ਬੈਠਾ ਉਹ ਆਪਣੇ ਪਰਿਵਾਰ ਨੂੰ ਤਾਂ ਪਾਲ ਰਿਹਾ ਨਾ। ਜਿਹੜੀਆਂ ਪਾਲਿਸੀਜ਼ ਨੇ ਉਹ ਅਮੀਰਾਂ ਨੂੰ ਹੋਰ ਅਮੀਰ ਕਰਨ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਜੀ ਉਹ ਪਾ ਰਹੀਆਂ ਨੇ। ਵੈਲਥ ਹੈਗੀ ਆ, ਇਹ ਨਹੀਂ ਹੈਗਾ ਕਿ ਮੁਲਕ ਕੋਲੇ ਜਿਹੜੀ ਉਹ ਵੈਲਥ ਹੈ ਨਹੀਂ ਗੀ, ਪਰ ਚੰਦ ਲੋਕਾਂ ਦੇ ਕੋਲੇ ਸੁੰਗੜ ਕੇ ਰਹਿ ਗਈ ਆ। ਜਿੰਨਾ ਗਰੀਬੀ ਤੇ ਅਮੀਰੀ ਦਾ ਪਾੜਾ ਵਧੂਗਾ ਉਨੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜੀ ਉਹ ਮਾੜੀ ਹੋਊਗੀ ਇਹਨਾਂ ਮੁਲਕਾਂ ਦੇ ਵਿੱਚ। ਸਵਾਲ ਇਹ ਹੈ, ਇਹ ਠੀਕ ਹੈ ਕਿ ਇਹ ਜਿਹੜੀਆਂ ਕੰਪਨੀਆਂ ਨੇ ਕੋਈ 2 ਨੰਬਰ ਦਾ ਕਾਰੋਬਾਰ ਨਹੀਂ ਕਰਦੀਆਂ ਕਿ 2 ਨੰਬਰ ਦੇ ਨਾਲ ਜਿਹੜਾ ਇਹ ਵਧੀਆਂ ਨੇ, ਪਰ ਇਹਨਾਂ ਦਾ ਵਾਧਾ ਹੋ ਜਾਣਾ ਔਰ ਜਿਹੜੀਆਂ ਟੈਕਸ ਛੋਟਾਂ ਨੇ ਉਹ ਇਹਨਾਂ ਨੂੰ ਹੀ ਮਿਲਣੀਆਂ। ਤੁਸੀਂ ਬਠਿੰਡਾ ਰਿਫਾਈਨਰੀ ਵਾਲੀ ਲਾ ਲਓ,
ਉਹ ਹੁਣ ਪਿਛਲੇ ਦਿਨਾਂ ਤੋਂ ਮੈਂ ਖਬਰ ਸਾਂਝੀ ਕੀਤੀ ਸੀ ਕਿ ਉਹ ਪੰਜਾਬ ਸਰਕਾਰ ਦੇ ਦੁਆਲੇ ਹੋਣ ਵਾਲੀ ਆ ਕਿ ਜਿਹੜਾ ਸਾਨੂੰ ਭਾਈ ਤੁਸੀਂ ਟੈਕਸ ਛੋਟ ਨਹੀਂ ਕਿਹਾ ਸੀ ਇੰਨਾ ਸਾਲਾਨਾ ਉਹ ਦਿਓ, ਤੇ ਜਿਹੜਾ ਸਾਨੂੰ ਵਿਆਜ ਰਹਿਤ ਕਰਜ਼ਾ ਦੇਣਾ ਸੀ ਉਹ ਦਿਓ। ਇਹ ਕਿੰਨਾ ਲੋਕਾਂ ਦੀਆਂ ਰਿਫਾਈਨਰੀਜ਼ ਨੇ ਜੀ, ਉਹਨਾਂ ਕੋਲੇ ਪੈਸੇ ਪਹਿਲਾਂ ਹੀ ਅੰਤਾਂ ਦੇ ਨੇ। ਸਰਕਾਰਾਂ ਜਿਹੜੀਆਂ ਦੀ ਉਹ ਉਹਨਾਂ ਦੀ ਗੱਲ ਹੀ ਕਰਦੀਆਂ ਨੇ। ਕਿਉਂਕਿ ਸਰਕਾਰਾਂ ਉਹਨਾਂ ਦੇ ਸਿਰ ਦੇ ਉੱਤੇ ਬਣਦੀਆਂ ਨੇ, ਉਹ ਸਰਕਾਰਾਂ ਬਣਾਉਂਦੇ ਨੇ। ਜਦੋਂ ਉਹ ਸਰਕਾਰਾਂ ਬਣਾਉਂਦੇ ਨੇ ਤੇ ਫਿਰ ਆਪਣੇ ਮਤਲਬ ਦੀਆਂ ਪਾਲਿਸੀਜ਼ ਜਿਹੜੀਆਂ ਦੀ ਉਹ ਲੈ ਕੇ ਆਉਂਦੇ ਨੇ। FDI ਦਾ ਵਿਰੋਧ ਕਰਨ ਵਾਲੀ ਜਾਂ ਇਹਨਾਂ ਧਨਾਡਾਂ ਦਾ ਵਿਰੋਧ ਕਰਨ ਵਾਲੀ BJP ਜਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲੇ ਗਿਰਵੀ ਹੋ ਕੇ ਰਹਿ ਗਈ ਆ, ਉਹ ਸਭ ਨੂੰ ਪਤਾ ਜੀ ਇਸ ਵੇਲੇ। ਬਿਲਕੁਲ ਜੀ। ਅੱਗੇ ਜੱਸੀ ਧਾਲੀਵਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਧਾਲੀਵਾਲ। ਹਾਂਜੀ ਭਾਈ ਜੀ, ਮੇਰਾ ਕੁਐਸਚਨ ਸੀਗਾ ਪਿੱਛੇ ਜੇ ਆਪਣਾ ਜੋ ਕੁੱਟਮਾਰ ਕੀਤੀ ਸੀ ਪੁਲਿਸ ਵਾਲਿਆਂ ਨੇ, ਵੀ ਉਹਦੀ ਕੋਈ ਅਪਡੇਟ ਹੈਗੀ? ਪਤਾ ਨਹੀਂ ਲੱਗਾ ਉਹਦੇ ਬਾਰੇ। ਥੈਂਕ ਯੂ। ਉਹਦੀ ਕੋਈ ਨਹੀਂ ਜੀ, ਮਾਮਲਾ ਦਰਜ ਜਿਹੜਾ ਜੀ ਉਹ ਹੋ ਗਿਆ ਸੀਗਾ ਪੁਲਿਸ ਵਾਲੇ ਦੇ ਉੱਤੇ। ਉੱਥੋਂ ਤੱਕ ਹੀ ਜਿਹੜੀ ਹੈ ਜੀ ਉਹ ਅਪਡੇਟ ਹੈ। ਤੁਹਾਨੂੰ ਪਤਾ ਜੀ ਇਹਨਾਂ ਇਹੋ ਜਿਹੇ ਕੇਸਾਂ ਦਾ ਕੀ ਹੁੰਦਾ। ਥੋੜਾ ਬੋਲੇ ਆ ਜੀ, ਸੰਘ ਪਾੜ ਕੇ ਜਿਹੜਾ ਮੋਗੇ ਦੇ ਵਿੱਚ, ਮੋਗੇ ਦੇ ਨੇੜੇ ਉੱਥੋਂ ਦੀ ਜਿਹੜੀ ਕੁੜੀ ਨੂੰ ਧੱਕਾ ਜਿਹੜਾ ਜੀ ਜਿਸ ਤਰੀਕੇ ਨਾਲ ਬੱਸ ਦੇ ਵਿੱਚੋਂ ਦਿੱਤਾ ਗਿਆ ਸੀਗਾ, ਪੂਰੀ ਦੁਨੀਆ ਉਹਦੇ ਪਿੱਛੇ ਖੜੀ ਹੋ ਗਈ। ਤੇ ਉਸ ਤੋਂ ਬਾਅਦ ਫਿਰ ਪਰਿਵਾਰ ਨੇ ਕੀ ਕੀਤਾ, ਮੇਰਾ ਖਿਆਲ ਤੁਹਾਨੂੰ ਸਭ ਨੂੰ ਪਤਾ ਹੈ। ਇਹੋ ਜਿਹਾ ਕੁਛ ਹੀ ਜਿਹੜਾ ਜੀ ਉਹ ਹੋ ਜਾਂਦਾ। ਇਸ ਕਰਕੇ ਕਈ ਵਾਰੀ ਸਵਾਲੀਆ ਚਿੰਨ੍ਹ ਵੀ ਜਿਹੜਾ ਜੀ ਉਹ ਲੱਗਣ ਲੱਗ ਜਾਂਦਾ ਕਿ ਕੀ ਬੋਲਦੇ ਰਹਿਣਾ ਵਾਜਬ ਰਹਿ ਗਿਆ ਹੁਣ, ਜਾਂ ਚੁੱਪ ਹੀ ਕਰ ਜਾਣਾ ਚਾਹੀਦਾ ਜੀ। ਜੀ ਬਾਅਦ ਚ ਸਮਝੌਤੇ ਹੋ ਜਾਂਦੇ ਤਾਂ ਲੋਕ ਫਿਰ ਬੋਲਦੇ ਰਹਿੰਦੇ। ਦਰਸ਼ਨ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਜੀ ਵੀ ਮੈਂ ਸੁਣਿਆ ਜਿਵੇਂ ਪੰਜਾਬ ਦੀਆਂ ਜੇਲ੍ਹਾਂ ਉਹਦੇ ਵਿੱਚ ਨਸ਼ਾ ਚੱਲਦਾ ਤੇ ਉਹ ਇੱਕ ਸਿੰਘ ਦਾ ਕਈ ਬੰਦਿਆਂ ਦੇ ਸਰਿੰਜਾਂ ਲਾਉਂਦੇ ਆ ਕਿ ਪੰਜਾਬ ਦੇ ਵਿੱਚ ਵੀ ਏਡਸ ਬਹੁਤ ਫੈਲਦੀ ਜਾਂਦੀ। ਕੀ ਇਹ ਸੱਚ ਹੈ ਬਾਈ ਜੀ? ਉਹਨਾਂ ਨੂੰ ਮੇਰਾ ਕੁਐਸਚਨ। ਬਿਲਕੁਲ ਸੱਚ ਹੈ ਜੀ। ਔਰ ਇਹ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਜੀ ਉਹ ਪਹੁੰਚ ਗਿਆ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ, ਕਿਉਂਕਿ ਸਰਿੰਜ ਜਿਹੜੀ ਹੈ ਜੀ ਉਹ ਇੱਕੋ ਵਰਤੀ ਜਾਂਦੀ ਆ, ਉਹਦੇ ਤੋਂ ਜਿਹੜਾ ਜੀ ਇਹ ਏਡਸ ਜਿਹੜੀ ਉਹ ਹੋ ਰਹੀ ਆ। ਔਰ ਇਹ ਗਿਣਤੀ ਜਿਹੜੀ ਆ ਉਹ ਹਜ਼ਾਰਾਂ ਦੇ ਵਿੱਚ ਹੋ ਗਈ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ। ਇਹਦੇ ਉੱਤੇ ਸੁਣਵਾਈ ਜਿਹੜੀ ਆ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਰਨੀ ਆ। ਔਰ ਵੇਖਣਾ ਇਹ ਹੋਊਗਾ ਕਿ ਕਿੰਨੇ ਤੱਥ ਜਿਹੜੇ ਆ ਜੀ ਇਹਦੇ ਵਿੱਚ ਪੇਸ਼ ਕੀਤੇ ਜਾਂਦੇ। ਇਹ ਬਿਲਕੁਲ ਦਰੁਸਤ ਹੈ ਜੀ ਕਿ HIV ਜਿਹੜੇ ਪੀੜਤ ਨੇ ਉਹ ਵੱਡੀ ਗਿਣਤੀ ਦੇ ਵਿੱਚ ਵੱਧ ਰਹੇ ਆ ਜੇਲ੍ਹਾਂ ਦੇ ਵਿੱਚ। ਉਹਦਾ ਪੰਜਾਬ ਦੇ ਵਿੱਚ ਵੈਸੇ ਓਵਰਆਲ ਵੱਧ ਰਹੇ ਆ। ਔਰ ਇਹਦਾ ਜਿਹੜਾ ਮੇਨ ਕਾਰਨ ਹੈ ਨਾ ਜੀ ਇਹ ਵਧਣ ਦਾ, ਇਹ ਜਿਹੜੀ ਇਹ ਕਰਦੇ ਨੇ ਜੀ ਇੰਜੈਕਟ ਕਰਨਾ, ਜਿਹੜਾ ਇੱਕੋ ਸਰਿੰਜ ਨੂੰ ਵਰਤਣਾ, ਉਹ ਮੇਨ ਕਾਰਨ ਕਿਹਾ ਜਾ ਰਿਹਾ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਪ੍ਰਗਟ ਸਿੰਘ ਪਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਵੈਸੇ ਤੇ ਮੋਦੀ ਸਾਹਿਬ ਨੇ ਬੜਾ ਮਾੜਾ ਕੰਮ ਕੀਤਾ ਜਿਹੜਾ ਆਪ ਵਾਲਿਆਂ ਨਾਲ ਨਿੰਦਿਆਯੋਗ ਹੈ। ਪਰ ਪਹਿਲਾਂ ਮੋਦੀ ਸਾਹਿਬ ਕੇਜਰੀਵਾਲ ਸਾਹਿਬ ਨੇ ਆਪ ਅਸਤੀਫਾ ਦਿੱਤਾ, 67 ਤੇ ਚਲ ਗਿਆ। ਉਸ ਤੋਂ ਬਾਅਦ ਇੰਨਾ ਘਰ ਚ ਆ ਗਿਆ ਕਿ MP ਵੀ ਇਲੈਕਸ਼ਨ ਹਰਿਆ, ਮੁੜ ਕੇ ਦੀਆਂ ਆ ਗਈਆਂ ਗੜੀ ਕਾਰਪੋਰੇਸ਼ਨ ਉਹ ਵੀ ਹਰਿਆ। ਫਿਰ ਜਰਨੈਲ ਨੂੰ ਜਰਨੈਲ ਬਣਾ ਕੇ ਲਿਆਂਦਾ ਬਾਦਲਾਂ ਦੇ ਤੇ ਕੈਪਟਨ ਦੇ ਸਾਹਮਣੇ, ਉਹ ਵੀ ਹਰਿਆ, ਸੀਟ ਹਰ ਗਿਆ। ਤੇ ਹੁਣ ਉਹਨੂੰ ਡਰ ਲੱਗਦਾ ਵੀ ਮੈਂ ਵੀ ਸੀਟਾਂ ਹਾਰ ਨਾ ਜਾਵਾਂ, ਕਿ ਜਾਂ ਜੇ ਅੱਗੇ ਆਈ ਕੰਡੀਸ਼ਨ ਹੋਣੀ ਤੇ ਉਹਨੇ ਆਖਣਾ ਮੈਂ ਵਧੀਆ ਜੀ, ਮੈਂ ਫੇਰ ਲੋਕਾਂ ਦੀ ਕਚਹਿਰੀ 'ਚ ਜਾਣਾ। ਕੀ ਇਹ ਚੱਕਰ ਆ ਜੀ? ਪੋਜੀਸ਼ਨ ਖਰਾਬ ਹੋ ਗਈ ਉਹਦੀ। ਜਿਸ ਤਰ੍ਹਾਂ ਹੁਣ ਉਹ ਆਪਣੇ ਬੋਲਣ ਡੇ ਆ ਸ਼ਤਰੂਘਨ ਸਿਨਹਾ ਤੇ ਸਿਨਹਾ ਦੂਜੇ, ਮਾਰ ਵਿਸ਼ਵਾਸ ਵੀ ਵਿਚਾਰਾ ਰੋਂਦਾ ਫਿਰਦਾ। ਉਹ ਆਂਦਾ ਮੈਂ ਪਹਿਲਾਂ ਕਿਹਾ ਇਹ ਨਾ ਬਣਾ, ਇਹ ਗੈਰ ਕਾਨੂੰਨੀ, ਇਹ ਗੱਲ ਨਹੀਂ ਸੁਣਦਾ। ਕੀ ਹੰਕਾਰਿਆ ਸੀ ਉਹਦਾ ਗੁਰੂ ਜਿਹੜਾ ਆਪਣਾ ਅੰਨਾ ਹਜ਼ਾਰੇ, ਉਹ ਵੀ ਕਹਿ ਗਿਆ ਕਿ ਇਹ ਆਪਣਾ ਕੇਜਰੀਵਾਲ ਹੰਕਾਰ ਚ ਆ ਗਿਆ ਜਦੋਂ ਦੀ ਇਹ ਸੀਟ ਤੇ ਚੱਲ ਗਿਆ। ਧੰਨਵਾਦ ਜੀ। ਇੱਥੇ ਪਾਇਆ ਹੋ ਚੈਨਲ ਸਾਹਿਬ। ਦੇਖੋ, ਜਿੱਥੋਂ ਤੱਕ ਹਾਈ ਕੋਰਟ ਜਾਣਾ ਜਾਂ ਸੁਪਰੀਮ ਕੋਰਟ ਜਾਣਾ, ਇਹ ਉਹਨਾਂ ਦਾ ਕਾਨੂੰਨੀ ਹੱਕ ਹੈ। ਇਹਨੂੰ ਆਪਾਂ ਕਿਵੇਂ ਜਿਹੜਾ ਜੀ ਉਹ ਖੋ ਸਕਦੇ ਹਾਂ ਕਿ ਨਹੀਂ? ਤੁਸੀਂ ਸਿੱਧਾ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਚਲੇ ਜਾਓ। ਸੰਵਿਧਾਨਕ ਤੌਰ ਦੇ ਉੱਤੇ ਉਹ ਕਰ ਰਹੇ ਨੇ, ਨਹੀਂ ਹੋਊਗਾ ਹਾਈ ਕੋਰਟ ਦੇ ਵਿੱਚੋਂ ਜਾਂ ਸੁਪਰੀਮ ਕੋਰਟ ਦੇ ਵਿੱਚੋਂ, ਤੇ ਫਿਰ ਇਲੈਕਸ਼ਨ ਓਨਲੀ ਸੋਲੂਸ਼ਨ ਹੈ ਜੀ। ਫਿਰ ਤਾਂ ਬਾਈ ਇਲੈਕਸ਼ਨ ਜਿਹੜੀ ਹੈ ਇਹਨਾਂ 20 ਸੀਟਾਂ ਦੇ ਉੱਤੇ ਹੋਣੀ ਹੈ। ਕੀ ਹਾਲਾਤ ਜਿਹੜੇ ਆ ਜੀ ਉਹ ਬਣਦੇ ਆ ਇਹਨਾਂ 20 ਸੀਟਾਂ ਦੇ ਉੱਤੇ, ਇਹ ਜਿਹੜਾ ਜੀ ਪਤਾ ਲੱਗੂਗਾ। ਹਾਂ, ਜਿੱਥੋਂ ਤੱਕ ਗੱਲ ਚੀਫ ਪਾਰਲੀਮਾਨੀ ਸੈਕਟਰੀ ਲਾਉਣ ਦੀ ਆ, ਟੈਕਨੀਕਲੀ ਉਹ ਗਲਤ ਨੇ, ਉਹ ਨਹੀਂ ਸੀ ਜਿਹੜਾ ਜੀ ਉਹ ਲਾਏ ਜਾਣੇ ਚਾਹੀਦੇ। ਤੁਸੀਂ ਸੰਵਿਧਾਨ ਜਿਹੜਾ ਉਹਨੂੰ ਉਲੰਘ ਕੇ ਕਿਵੇਂ ਜਿਹੜਾ ਜੀ ਉਹ ਕਰ ਸਕਦੇ ਹੋ? ਕਿਤੇ ਨਾ ਕਿਤੇ ਤਾਂ ਫਿਰ ਉਹਦੇ ਸ਼ਿਕੰਜੇ 'ਚ ਆਉਣਾ ਹੀ ਹੁੰਦਾ। ਹਾਂ, ਇੰਨਾ ਜ਼ਰੂਰ ਹੈ ਕਿ ਸਿਰਫ ਇੱਕ ਰਾਜ ਦਾ ਕਿਉਂ, ਇਹ ਤਾਂ ਕੋਈ ਵੀ ਜਿਹੜਾ ਜੀ ਉਹ ਮੰਨੂਗਾ ਕਿ ਇੱਕੋ ਦੇ ਉੱਤੇ ਜਿਹੜਾ ਜੀ ਇਹ ਕਿਉਂ। ਹਰਿਆਣੇ ਦੇ ਵਿੱਚ ਲੱਗੇ ਹੋਏ ਨੇ ਜੀ, ਰਾਜਸਥਾਨ 'ਚ ਲੱਗੇ ਹੋਏ ਨੇ, ਮੱਧ ਪ੍ਰਦੇਸ਼ 'ਚ ਲੱਗੇ ਨੇ, ਗੁਜਰਾਤ ਦੀ ਪਿਛਲੀ ਸਰਕਾਰ ਚੀਫ ਪਾਰਲੀਮਾਨੀ ਸੈਕਟਰੀ ਜਿਹੜੇ ਉਹ ਰਹੇ ਨੇ। ਜਾਂ ਤਾਂ ਗੱਲ ਜਿਹੜੀ ਜੀ ਉਹ ਸਾਰਿਆਂ ਦੀ ਹੋਵੇ, ਸਾਰਿਆਂ ਦੀਆਂ ਫਾਈਲਾਂ ਮੰਗਵਾ ਕੇ ਇਲੈਕਸ਼ਨ ਕਮਿਸ਼ਨ ਜਿਹੜਾ ਜੀ ਉਹ ਕਰੇ ਰੱਦ ਸਾਰਿਆਂ ਦੀ,
ਤੇ ਗੱਲ ਸਮਝ ਆਉਂਦੀ ਸੀ ਵੀ ਸੰਵਿਧਾਨ ਤੋਂ ਤੁਸੀਂ ਉਲਟ ਜਿਹੜਾ ਜੀ ਉਹ ਜਾ ਰਹੇ ਹੋ। ਜੇ ਤੁਸੀਂ ਇੱਕ ਨੂੰ ਜਿਹੜਾ ਉਹ ਟਾਰਗੇਟ ਕਰ ਰਹੇ ਹੋ ਉਹ ਗਲਤ ਹੈ। ਪਰ ਇੱਥੇ ਇਹਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਕਿ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਚੀਫ ਪਾਰਲੀਮਾਨੀ ਸੈਕਟਰੀ ਜਿਹੜੇ ਉਹ ਸਹੀ ਲਾਏ ਸੀ। ਸੰਵਿਧਾਨਕ ਤੌਰ ਦੇ ਉੱਤੇ ਟੈਕਨੀਕਲੀ ਉਹ ਵੀ ਜਿਹੜਾ ਉਹ ਗਲਤ ਸਨ। ਬਾਕੀ ਜਦੋਂ ਵਾਈ ਇਲੈਕਸ਼ਨ ਆ ਗਈ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪੇ ਆ ਜਾਣਾ ਜੀ। ਜੀ ਬਿਲਕੁਲ। ਤੇ ਸਾਡੇ ਲਾਸਟ ਕਾਲਰ ਨੇ ਜੀ ਮਨਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸਵਾਲ ਕਰ ਸਕਦਾ? ਹਾਂਜੀ ਹਾਂਜੀ ਕਰੋ। ਮੇਰੇ ਫੋਨ ਬੰਦ ਨਾ ਕਰਿਆ ਜੀ, ਆਨਸਰ ਸੁਣਨਾ। ਠੀਕ ਹੈ। ਇੱਕ ਤਾਂ ਇਹ ਹੈ ਕਿ ਜਿਹੜਾ ਅਕਾਲੀ ਦਲ ਦੇ ਟਾਈਮ ਦੇ ਪੁਰਾਣੇ ਵਕਤਾਂ 'ਚ ਜਦੋਂ ਇੱਥੇ ਕਾਂਗਰਸ ਦਾ ਰਾਜ ਸੀ, ਸੈਂਟਰੀ 'ਚ ਸਰਕਾਰਾਂ ਕੈਂਸਲ ਹੁੰਦੀਆਂ ਰਹੀਆਂ ਨੇ, ਉਹ ਜਿਹੜੀ ਇੱਕ ਧਾਰਾ 256 ਉਹਦੇ ਅੰਡਰ ਰਾਜ ਕੈਂਸਲ ਹੁੰਦਾ ਰਿਹਾ ਤੇ ਰਾਸ਼ਟਰਪਤੀ ਰਾਜ ਲੱਗਦਾ ਰਿਹਾ। ਉਹ ਹੁਣ ਇਹ ਕਾਂਗਰਸ ਦੀ ਰਾਜ ਹੈ ਔਰ ਸਾਰੀ ਪਬਲਿਕ ਉਹਦੇ ਖਿਲਾਫ ਹੈ। ਹੁਣ ਉਹ ਚੀਜ਼ ਨਹੀਂ ਸੈਂਡ ਕਰ ਸਕਦਾ ਕਿਉਂਕਿ ਬੀਜੇਪੀ ਤੇ ਅਕਾਲੀ ਇਕੱਠੇ ਨੇ, ਇਸ ਕਰਕੇ ਰਾਸ਼ਟਰਪਤੀ ਰਾਜ ਨਹੀਂ ਲਾਗੂ ਹੋ ਰਿਹਾ ਜਾਂ ਸੰਵਿਧਾਨ ਸਭਾ ਭੰਗ ਨਹੀਂ ਕੀਤੀ ਜਾ ਰਹੀ। ਦੂਜੀ ਗੱਲ ਇਹ ਕਿ ਹਰਿਆਣਾ ਦੇ ਵਿੱਚ ਪਹਿਲੇ ਕੁਝ ਕਈ ਜਨਾਨੀਆਂ ਦਾ 8-10 ਕੁੜੀਆਂ ਦਾ ਔਰਤਾਂ ਦਾ ਰੇਪ ਹੋਇਆ ਸੀ, ਉਹਨਾਂ ਦੀ ਗੜੀਆਂ ਸਾੜਤੀਆਂ ਗਈਆਂ। ਉਹ ਮਾਮਲਾ ਜੇ ਸੁਪਰੀਮ ਕੋਰਟ ਨੇ ਸੁਧਰਿਆ ਨਹੀਂ ਤੇ ਹੁਣ ਪਿਛਲੇ 15 ਸਾਲ ਗੈਂਗ ਰੇਪ ਹੋਇਆ ਔਰ ਉਹਨੂੰ ਮਾਰ ਦਿੱਤਾ ਗਿਆ ਔਰ ਕਹਿੰਦੇ ਨੇ ਕਿ ਹਰਿਆਣਾ ਨੰਬਰ 1 ਰੇਪ ਦੇ ਵਿੱਚ ਆ ਰਹੀ ਹੈ। ਥੈਂਕ ਯੂ ਜੀ। ਦੇਖੋ, ਜਿਹੜੀ ਤਾਂ ਤੁਸੀਂ ਗੱਲ ਕੀਤੀ ਹੈ ਵਿਧਾਨ ਸਭਾ ਭੰਗ ਕਰਨ ਦੀ, ਇਹ ਤਜਰਬਾ ਕਰਕੇ ਭਾਰਤੀ ਜਨਤਾ ਪਾਰਟੀ ਵੇਖ ਚੁੱਕੀ ਹੈ ਜੀ। ਉਹਨੂੰ ਅਦਾਲਤਾਂ ਤੋਂ ਜਿਹੜਾ ਫਿਰ ਮੂੰਹ ਦੀ ਖਾਣੀ ਜਿਹੜਾ ਜੀ ਉਹ ਪਈ ਸੀਗੀ, ਇਸ ਕਰਕੇ। ਔਰ ਦੂਸਰਾ, ਭਾਰਤੀ ਜਨਤਾ ਪਾਰਟੀ ਵਿਰੋਧੀ ਰਹੀ ਹੈ ਇਸ ਧਾਰਾ ਦੀ, ਜਿਹਦੇ ਕਰਕੇ ਉਹ ਇਹਦੀ ਵਰਤੋਂ ਜਿਹੜਾ ਜੀ ਉਹ ਨਹੀਂ ਕਰ ਰਹੀ। ਏਡਾ ਸੌਖਾ ਨਹੀਂ ਰਹਿ ਗਿਆ ਜੀ। ਉਹ ਹਾਲਾਤ ਹੁਣ ਨਹੀਂ ਬਣਨੇ ਛੇਤੀ ਕੀਤੇ ਜਦੋਂ ਸਰਕਾਰਾਂ ਜਿਹੜੀਆਂ ਸੀ ਉਹ ਚੁੱਪ ਕਰਕੇ ਤੋੜ ਦਿੱਤੀਆਂ ਜਾਂਦੀਆਂ ਹੁੰਦੀਆਂ ਸੀਗੀਆਂ। ਹੁਣ ਤੁਸੀਂ ਇਹ ਕਹਿ ਲਓ ਮੀਡੀਆ ਦੀ ਭਰਮਾਰ, ਸੋਸ਼ਲ ਮੀਡੀਆ ਦੀ ਐਕਟੀਵਿਟੀ ਜਾਂ ਅਦਾਲਤਾਂ ਜਿਹੜੀਆਂ ਜੀ ਇੱਕ ਬਹੁਤ ਵੱਡਾ ਥ੍ਰੈਟ ਨੇ ਉਸ ਧਾਰਾ ਨੂੰ ਜਿਹੜਾ ਜੀ ਉਹ ਵਰਤ ਕੇ ਸਰਕਾਰ ਕਿਸੇ ਸੂਬੇ ਦੀ ਡਿੱਗਣ ਦੇ ਕਰਕੇ। ਦੂਜੀ ਗੱਲ ਜਿਹੜੀ ਤੁਸੀਂ ਆਖੀ ਹੈ ਜੀ, ਇਹ ਹਰਿਆਣੇ ਦੇ ਵਿੱਚ ਜੋ ਲਾਅ ਐਂਡ ਆਰਡਰ ਦੀ ਸਥਿਤੀ, ਬਿਲਕੁਲ ਇਹ ਠੀਕ ਹੈ ਜੀ ਗੱਲ। ਐਕਚੁਅਲੀ ਮੂਰਥਲ ਦੇ ਵਿੱਚ ਜੋ ਹੋਇਆ ਸੀਗਾ, ਤੁਸੀਂ ਉਧਰ ਸ਼ਾਇਦ ਇਸ਼ਾਰਾ ਜਿਹੜਾ ਜੀ ਉਹ ਕਰ ਰਹੇ ਹੋ। ਹਾਈ ਕੋਰਟ ਦੇ ਵਿੱਚ ਇਹ ਮਾਮਲਾ ਸੁਣਵਾਈ ਅਧੀਨ ਸੀਗਾ, ਪਰ ਜੋ ਹਾਲਾਤ ਪਿਛਲੇ ਕੁਝ ਹਫ਼ਤਿਆਂ ਤੋਂ ਹਰਿਆਣੇ ਦੇ ਵਿੱਚ ਜਿਹੜੇ ਆ ਜੀ ਉਹ ਬਣੇ ਪਏ ਆ, ਉਹਦੇ ਨਾਲ ਬਹੁਤ ਵੱਡਾ ਇੱਕ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੱਟਰ ਸਰਕਾਰ ਦੇ ਉੱਤੇ ਲੱਗ ਰਿਹਾ, ਕਿਉਂਕਿ ਸਰਕਾਰ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਆ। ਇਸ ਕਰਕੇ ਜਿਹੜਾ ਜੀ ਉਹ ਕੇਂਦਰ ਨਹੀਂ ਬੋਲ ਰਿਹਾ। ਜੇ ਇਹੀ ਗੈਰ ਭਾਜਪਾ ਕਿਸੇ ਰਾਜ ਦੇ ਵਿੱਚ ਹੋਇਆ ਹੁੰਦਾ ਤੇ ਸ਼ਾਇਦ ਹੁਣ ਨੂੰ ਤਰਥੱਲੀ ਜਿਹੜੀ ਆ ਜੀ ਉਹ ਮਚ ਜਾਣੀ ਸੀਗੀ। ਸੋ ਉਹੀ ਆ ਜੀ ਵੀ ਜਿਹੜਾ ਇੱਕ ਸਰਕਾਰ ਕਿਹਦੀ ਆ, ਕਿਹੜੀ ਪਾਰਟੀ ਦੀ ਆ, ਉਸੇ ਤਰੀਕੇ ਦੇ ਜਿਹੜੇ ਆ ਜੀ ਉਹ ਫੈਸਲੇ ਆ ਰਹੇ ਆ। ਖੱਟਰ ਸਰਕਾਰ ਜਿਹੜੀ ਆ ਜੀ ਉਹਦਾ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਪਦਮਾਵਤੀ ਜਿਹੜੀ ਆ ਜੀ ਉਹ ਰਿਲੀਜ਼ ਨਾ ਕਰਨ ਥੀਏਟਰ, ਔਰ ਉਹ ਬਾਰ-ਬਾਰ ਜਿਹੜੀ ਇਹ ਅਪੀਲ ਕਰ ਰਹੇ ਆ। ਪਰ ਹਾਂ, ਜਿਹੜਾ ਪੁਆਇੰਟ ਆ ਜਿਹੜਾ ਤੁਸੀਂ ਕਹਿ ਰਹੇ ਹੋ, ਇਹਦੇ ਉੱਤੇ ਉਹ ਗੱਲ ਸੁਣਨ ਦੇ ਵਾਸਤੇ, ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ, ਕਿਉਂਕਿ ਉਸ ਮਾਮਲੇ 'ਚ ਉਹ ਫਸਦੇ ਆ। ਉਹਦੇ ਮੰਤਰੀ ਤੇ ਉਹਦੇ ਜਿਹੜੇ ਆਫੀਸਰ ਆ ਉਹ ਇਹੋ ਜਿਹੇ ਬਿਆਨ ਵੀ ਦੇਈ ਜਾਂਦੇ ਆ ਵੀ ਇਹੋ ਜਿਹੀਆਂ ਘਟਨਾਵਾਂ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਆਦਿ ਕਾਲ ਤੋਂ ਹੁੰਦੀਆਂ ਆਈਆਂ ਨੇ ਜੀ। ਇਹ ਹੁਣ ਆਦਿ ਕਾਲ ਤਾਂ ਹੈ ਨਹੀਂ ਗਾ ਜੀ, ਸਰਕਾਰ ਤਾਂ ਉਹਨਾਂ ਦੀ ਹੈ। ਫਿਰ ਲਾਅ ਐਂਡ ਆਰਡਰ ਜਿਹੜਾ ਜੀ ਉਹ ਆਦਿ ਕਾਲ ਵਾਲਾ ਚੱਲਦਾ ਜਾਂ ਅੱਜ ਵਾਲਾ ਚੱਲਦਾ ਜੀ। ਤੇ ਇਹ ਸਨ ਜੀ ਸਾਡੇ ਲਾਸਟ ਕਾਲਰ ਬਲਤੇਜ ਪੰਨੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।